ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਤੇਰਿਆਂ ਭਗਤਾਂ ਕੋ ਬਲਿਹਾਰਾ, ਥਾਨ ਸੁਹਾਵਾ ਸਦਾ ਪ੍ਰਭ ਤੇਰਾ। ਰੰਗ ਤੇਰਾ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ, ਸਾਰੇ ਮਾਈ ਭਾਈ ਰੋਜ਼ਾਨਾ ਮਿਲ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਆਪ ਸਾਰੇ ਨਿੱਘਾ ਆਨੰਦ ਮਾਣਦੇ ਹੋ। ਕੁਝ ਸਮਾਂ ਸਤਿਗੁਰੂ ਦੇ ਗੁਰਬਾਣੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਜੇ ਮਨ ਬਿਰਤੀਆਂ ਇੱਧਰ ਉੱਧਰ ਭੱਜ ਰਹੀਆਂ ਨੇ ਤੇ ਮਨ ਨੂੰ ਆਵਾਜ਼ ਮਾਰੀਏ, ਹੇ ਮਨਾ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਨਿਜ ਘਰ ਵਿੱਚ ਅਸੀਂ ਟਿਕ ਕੇ ਸਤਿਗੁਰਾਂ ਦੀ ਵਿਚਾਰ ਸੁਣ ਸਕੀਏ। ਸਾਰੇ ਆਪ ਇੱਕ ਵਾਰੀ ਪਿਆਰ ਨਾਲ ਰਸਨਾ ਨੂੰ ਪਵਿੱਤਰ ਕਰੋ ਤੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤੇਰਿਆਂ ਭਗਤਾਂ ਕੋ ਬਲਿਹਾਰਾ। ਗੁਰਬਾਣੀ ਦੇ ਵਿੱਚ ਭਗਤਾਂ ਦਾ ਜ਼ਿਕਰ ਆਉਂਦਾ ਹੈ। 15 ਭਗਤ ਹੋਏ ਹਨ। ਕਿਤੇ ਸੰਤ ਦਾ ਵੀ ਆਉਂਦਾ ਹੈ, ਗੁਰਮੁਖ ਦਾ ਵੀ ਆਉਂਦਾ ਹੈ, ਸਿੱਖ ਦਾ ਵੀ ਜ਼ਿਕਰ ਆਉਂਦਾ ਹੈ, ਗੁਰਸਿੱਖ ਦਾ ਵੀ ਆਉਂਦਾ ਹੈ, ਸਾਧੂ ਦਾ ਵੀ ਆਉਂਦਾ ਹੈ, ਈਵਨ ਬ੍ਰਹਮ ਗਿਆਨੀ ਦਾ ਵੀ ਆਉਂਦਾ ਹੈ। ਇਹ ਸਾਰੀਆਂ ਅਵਸਥਾਵਾਂ ਨੇ ਸਾਧ ਸੰਗਤ। ਪਰ ਭਗਤ ਇੱਕ ਐਸੀ ਅਵਸਥਾ ਹੈ, ਜਿਹੜੇ ਨਾਮ ਜਪਣ ਵਾਲੇ ਬੁੱਧੀ ਜੀਵ ਹੁੰਦੇ ਹਨ, ਉਹਨਾਂ ਨੇ ਭਗਤ ਦੀ ਵੀ ਡੈਫੀਨੇਸ਼ਨ ਗੁਰਬਾਣੀ ਵਿੱਚ ਤੇ ਮਿਲਦੀ ਹੈ, ਪਰ ਉਹਨਾਂ ਨੇ ਭਗਤ ਦੇ 3 ਅੱਖਰਾਂ ਨੂੰ ਵੀ ਵੱਖ-ਵੱਖ ਦੱਸ ਕੇ ਤੇ ਭਗਤ ਦੀ ਡੈਫੀਨੇਸ਼ਨ ਦੱਸਣ ਦਾ ਉਪਰਾਲਾ ਕੀਤਾ ਹੈ। ਭੱਬੇ ਤੋਂ ਭਾਵ ਉਹ ਭਗਤ ਜਿਹਦੇ ਕੋਲ ਭਗਤੀ ਹੈ। ਭਗਤੀ ਤੋਂ ਬਿਨਾਂ ਭਗਤ ਨਹੀਂ ਹੋ ਸਕਦਾ। ਜਿੱਥੇ ਭਗਤੀ ਹੈ ਉੱਥੇ ਗੱਗੇ ਤੋਂ ਗਿਆਨ, ਕਿਉਂਕਿ ਜਿਸ ਪਰਮਾਤਮਾ ਦੀ ਇਬਾਦਤ ਕਰਨੀ ਹੈ ਉਸ ਬਾਰੇ ਨੌਲੇਜ, ਗਿਆਨ
ਹੋਣਾ ਅਤ ਲਾਜ਼ਮੀ ਹੈ। ਜਿਸ ਤਰ੍ਹਾਂ ਰੋਜ਼ ਅਸੀਂ ਅਰਦਾਸ ਵਿੱਚ ਮੰਗਦੇ ਹਾਂ ਨਾ, ਵਿਵੇਕ ਦਾਨ, ਇਹ ਉਹੀ ਦਾਨ ਹੈ ਜਿਸ ਦਾਨ ਦੇ ਸਦਕੇ ਅਸੀਂ ਵਿਵੇਕ ਬੁੱਧੀ ਪ੍ਰਾਪਤ ਕਰੀਦੀ ਹੈ। ਤੋ ਭੱਬੇ ਤੋਂ ਭਗਤੀ ਹੋਣੀ ਲਾਜ਼ਮੀ ਹੈ ਭਗਤ ਦੇ ਅੰਦਰ। ਗੱਗੇ ਤੋਂ ਗਿਆਨ ਤੇ ਤੱਤੇ ਤੋਂ ਜਿਹੜੀ ਹੈ ਤਿਆਗ ਭਾਵਨਾ ਜੋ ਭਗਤ ਵਿੱਚ ਅਕਸਰ ਮਿਲਦੀ ਹੈ। ਤੋ ਗੁਰੂ ਮਹਾਰਾਜ ਕਹਿੰਦੇ ਨੇ, ਜੇ ਭਗਤ ਫਰੀਦ ਜੀ ਕੋਲੋਂ ਪੁੱਛੀਏ, ਭਗਤ ਜੀ ਤੁਸੀਂ ਦੱਸੋ ਭਗਤ ਕੈਸਾ ਹੋਣਾ ਚਾਹੀਦਾ ਹੈ, ਉਹਦੀ ਕੀ ਡੈਫੀਨੇਸ਼ਨ ਹੈ? ਜੇ ਗੁਰਬਾਣੀ ਦੀ ਰੋਸ਼ਨੀ ਵਿੱਚੋਂ ਅਸੀਂ ਲੱਭੀਏ ਤੇ ਆਪ ਦੀ ਰਸਨਾ ਤੇ ਉਹ ਅੱਖਰ ਹੋਣਗੇ, ਆਪ ਰੋਜ਼ਾਨਾ ਬਾਣੀ ਪੜ੍ਹਨ ਵਾਲੇ ਹੋ। ਭਗਤ ਜੀ ਕਹਿੰਦੇ ਹਨ, ਮਤ ਹੁੰਦੀ ਹੋਈ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਿਹਦੀ ਮਤ ਹੁੰਦੀ ਹੋਈ ਆਪਣੇ ਆਪ ਨੂੰ ਇਆਣਾ ਸਮਝੇ, ਭਾਵ ਕਿ ਚਲਾਕ ਨਾ ਸਮਝੇ, ਬਲ ਹੁੰਦੇ ਹੋਏ ਨਿਤਾਣਾ ਸਮਝੇ। ਕਿਉਂ? ਕਿਉਂਕਿ ਜੇ ਬਲ ਨੂੰ ਅਸੀਂ ਗਲਤ ਯੂਜ਼ ਕਰਾਂਗੇ ਤਾਂ ਕਾਇਰ ਇੱਕ ਜ਼ੁਲਮ ਢਾਏਗਾ। ਬਲ ਮਹਾਰਾਜ ਕਹਿੰਦੇ ਨੇ ਕਿੱਥੇ ਯੂਜ਼ ਕਰਨਾ ਹੈ? ਆਪਣੇ ਬਲ ਨੂੰ ਜ਼ੁਲਮ ਦੇ ਖਿਲਾਫ। ਤੋ ਮਤ ਹੁੰਦੀ ਹੋਈ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਉਹ ਬੰਦਾ ਭਗਤ ਹੁੰਦਾ ਹੈ ਜਿਹੜਾ ਕੁਛ ਵੀ ਆਪਣੇ ਕੋਲ ਨਾ ਹੁੰਦਿਆਂ ਹੋਇਆਂ ਥੋੜ੍ਹੇ ਵਿੱਚੋਂ ਥੋੜ੍ਹਾ ਹੀ ਕਿਸੇ ਨਾਲ ਵੰਡ ਦੇਵੇ, ਤੇ ਉਹ ਭਗਤ ਦੀ ਇੱਕ ਨਿਸ਼ਾਨੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਦਰਸ਼ਨ ਕਰਨੇ ਹਾਂ ਤੇ ਬਿਰਧ ਬਾਬਾ ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਹੁਕਮਨਾਮਾ ਅਕਸਰ ਆਉਂਦਾ ਹੈ। ਉਸ ਹੁਕਮਨਾਮੇ 'ਚ ਆਉਂਦਾ ਹੈ, ਭਗਤ ਜਨਾ ਕੀ ਹਰ ਜਿਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ। ਹੁਣ ਦੇਖੋ ਪੰਕਤੀ ਕੀ ਕਹਿ ਰਹੀ ਹੈ, ਸੋ ਭਗਤ ਜੋ ਗੁਰਮੁਖ ਹੋਵੇ। ਦੇਖੋ ਭਗਤ ਕਿਹੜਾ? ਜਿਹੜਾ ਗੁਰਮੁਖ ਹੋਵੇ ਭਗਤ। ਉਸ ਭਗਤ ਨੂੰ ਭਗਤ ਨਹੀਂ ਕਿਹਾ। ਦੇਖੋ ਦੁਨੀਆ ਵਿੱਚ ਬੜੇ ਭਗਤ ਹੋਣਗੇ, ਪਰ ਜਿਹਦਾ ਮੁੱਖ ਗੁਰੂ ਦੇ ਸਾਹਮਣੇ ਹੈ, ਜੋ ਗੁਰ ਕਹੈ ਸੋਈ ਭਲ ਮਾਨੋ ਵਾਲੀ ਅਵਸਥਾ ਹੈ। ਤੋ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸੋ ਭਗਤ ਜੋ ਗੁਰਮੁਖ ਹੋਵੇ, ਹੋਮੈ ਸ਼ਬਦ ਜਲਾਇਆ ਰਾਮ। ਆਪਣੀ ਮੈਂ ਨੂੰ ਸ਼ਬਦ ਦੇ ਨਾਲ ਉਸ ਮੈਂ ਨੂੰ ਜਲਾ ਦੇਣਾ, ਖਤਮ ਕਰ ਦੇਣਾ, ਉਹ ਭਗਤ ਹੈ। ਭਗਤ ਜਿਹੜਾ ਗੁਰਮੁਖ ਭਗਤ ਹੈ। ਦੇਖੋ ਪ੍ਰਵਾਨ ਕਿਹੜਾ ਹੋਇਆ ਹੈ? ਜਿਹਦਾ ਮੁੱਖ ਗੁਰੂ ਵਾਲ ਹੈ। ਪੰਕਤੀ ਪੜ੍ਹੀਏ ਨਾ, ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਤੇਰਿਆਂ ਭਗਤਾਂ ਕੋ ਬਲਿਹਾਰਾ। ਬੜੀਆਂ ਪੰਕਤੀਆਂ ਨੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਸ਼ਨ ਹੋਣਗੇ। ਜੇ ਭਗਤ ਜੀ ਕੋਲੋਂ ਬਲਿਹਾਰ ਕਿਵੇਂ ਜਾਣਾ ਹੈ, ਇਹ ਬੜੀ ਵੱਡੀ ਗੱਲ ਹੈ। ਗੁਰਬਾਣੀ ਤੇ ਕਹਿੰਦੀ ਬਲਿਹਾਰ ਜਾਈਏ, ਪਰ ਜੇ ਸਰੀਰ ਰੂਪ ਵਿੱਚ ਵੇਖੀਏ ਤੇ ਭਗਤ ਹੈ ਹੀ ਨਹੀਂ ਇਸ ਟਾਈਮ। ਜਿਹੜੇ 15 ਭਗਤਾਂ ਦੀ ਬਾਣੀ ਹੈ, ਉਹ ਸਾਡੇ ਵਿੱਚ ਸ਼ਬਦ ਰੂਪ ਵਿੱਚ ਤੇ ਨੇ, ਪਰ ਸਰੀਰੀ ਰੂਪ ਵਿੱਚ ਨਹੀਂ ਨੇ। ਦੇਖੋ ਦੋ ਤਰ੍ਹਾਂ ਦੇ ਭਗਤਾਂ ਦੇ ਦਰਸ਼ਨ ਹੁੰਦੇ ਨੇ। ਇੱਕ ਜਿਹੜੇ ਸਮੇਂ ਦੇ ਅੰਦਰ ਆ ਕੇ, ਸਮਾਂ ਪਾ ਕੇ ਸੰਸਾਰ ਵਿੱਚੋਂ ਤੇ ਟੁਰ ਗਏ, ਪਰ ਆਪਣੇ ਹੋਂਦ ਨੂੰ, ਆਪਣੀ ਉਸ ਗੁਰਬਾਣੀ ਨੂੰ ਛੱਡ ਗਏ। ਇੱਕ ਤੇ ਉਹ ਭਗਤ ਨੇ। ਇੱਕ ਜਿਹੜੇ ਜਿੰਦੇ ਜਾਗਤੇ ਵੀ ਸੰਸਾਰ ਵਿੱਚ ਨੇ, ਜਿਹਨੂੰ ਮਾਰਨ ਕਿਹਾ ਹੈਨ ਵਿਰਲੇ, ਨਾ ਹੀ ਘਣੇ, ਘਣੇ ਨਹੀਂ ਨੇ, ਜ਼ਿਆਦਾ ਨਹੀਂ ਨੇ, ਫੈਲ ਫੱਕੜ ਸੰਸਾਰ। ਕਿਉਂਕਿ ਸੰਸਾਰ ਵਿੱਚ ਤੇ ਕੋਈ ਵਿਰਲੇ ਹੀ ਨੇ। ਜਗ ਮੇਂ ਉੱਤਮ ਕਾਢੀਏ,
विरले केई के, कोटन में नानक को नारायण जे चीत। करोड़ां विचों तुहानूं एक मिलेगा जिहड़ा गुरमुख भगत होएगा। ते बलिहार किवें जाना है? बलिहार जाना है उन्हां दी बाणी पढ़ के, उसनूं अमल करके, उन्हां दे इतिहास पढ़ के, उन्हां दियां रचनावां पढ़ के, उन्हां दा जीवन पढ़ के असी अपने जीवन नूं चेंज कर लईए। ये बलिहार जाना है। देखो, बड़े बड़े भगत तुहानूं संसार विच मिलणगे जिन्हां दा संसार कहंदे ने भगतां ते संसारियां जोड़ कदे ना आया। उन्हां दा संसार दे नाल जोड़ क्यों नहीं है? क्योंकि उन्हां दी जीवन जाच आम लोगां नालों वखरी है, जिहदी बाबत गुरु अमरदास पातशाह ने भी कहा है, भगतां की चाल निराली, चालां निराली भगतां केरी बिखम मार्ग चलना। चाल ये नहीं कि वह स्टैप जिहड़े पैर दे इधर उधर रख के चलते हैं, नहीं, उन्हां दी जीवन दी जाच निराली है। दुनिया दे लोग 2-2, 3-3, 4-4 बजे सोंदे ने रात नूं। भगत दुनियावी खलारे ना पा के ज्यादा और राती जल्दी आराम ही चले जाते हैं। संसार सुत्ता हुंदा है, भगत जाग के उस प्रभु परमात्मा का नाम जपते हैं। उन्हां दियां रचनावां जद पढ़ने हाँ, मैं बड़े बड़े भगतां दे कई बारी दर्शन भी महाराज की कृपा नाल कर लईदे ने। उन्हां दे नाल तुहाडा थोड़ा समा भी स्पेंड कीता ना, ध्यान देना, थोड़ा समा बताया भी, साडे कई जुगां दे पाप मुक जांदे ने। एक सेठ सी ते ओ बड़ा काम सी ओदा, दिहाड़ी ते मजदूर सन ते इतने मजदूर सन, जदों दिहाड़ी लैनी ते सारे लैन विच लगदे। वो कहंदा पहले मन्नू दवो दिहाड़ी, शाम नूं मन्नू दवो। ते ओ फिर सेठ गुस्से नाल बोल के सब नूं लैन ते लगवांदा सी। हुण भगतां दी देखो चाल किस तरह निराली है। जद एक एक करके सारियां नूं दिहाड़ी देनी ना, ते एक जिहड़ा मजदूर सी ना, वो बिल्कुल अलग बैठा हुंदा सी। ਉਹਦੇ अंदर सहजता सी, जिन्हों गुरबाणी आत्मक अडोलता कहती है। ते ਉਹ ਸਾਰਿਆਂ ਨਾਲ ਤੇ ਗੁੱਸੇ ਨਾਲ ਬੋਲਦਾ ਸੀ, ਬਈ ਜਿਹੜਾ ਮੰਗਦਾ ਸੀ ਪਹਿਲਾਂ ਮੈਨੂੰ ਦੋ ਮੈਨੂੰ ਦੋ। ਸਾਰਿਆਂ ਨੂੰ ਨਿਬੜਨ ਤੋਂ ਬਾਅਦ ਬੜੇ ਪਿਆਰ ਨਾਲ ਉਹਨਾਂ ਕੋਲ ਜਾਂਦਾ ਸੀ, ਕਹਿੰਦਾ ਭਗਤ ਜੀ ਇਹ ਲੋ ਆਪ ਜੀ ਦੀ ਦਿਹਾੜੀ, ਤੇ ਨਮਸਕਾਰ ਕਰਦਾ ਸੀ। ਤੇ ਉਹ ਭਗਤ ਕੀ ਕਰਦਾ ਸੀ, ਜਿੰਨਾ ਚਿਰ ਉਹ 10-15 ਮਿੰਟ ਲੱਗਦੇ ਸਨ ਨਾ, ਵੈਸੇ ਇੱਕ ਇਹ ਵੀ ਗੱਲ ਜੇ, मैं कई बार अपना ही जिक्र सुनाना, असी अपने आप को नाल चेक कर लिए करिए। देखो गुरबाणी है ना, एक बार दास सीसगंज साहब जदों देग दी पर्ची वास्ते जदों लैन ते लग्या सी, अक्सर तुसीं देखो कई बार 5-7-10 शरीर खड़े हो जाते हैं, ते ओ खड़े होंदे होंदे वो पर्ची ले रहे सी, ते 5-7 मिनट हो गए ते वो लैन ही ना चल रही सी। हुण साडे असी बाणी पढ़ने जरूर हाँ, गुरु पढ़ांदा है, पर वो अंदर नहीं गई बाणी, ते काला पै गया शरीर, मन काला पै गया, पै जांदा अक्सर, ते मुखों सुभावक निकलिया, भाई इन्नी देर हो गई है, की कर रहे हो तुसी? फिर एकदम गुरु तेग बहादुर साहब ने एक सोझी दिती। जद नंबर आया तो मैं वेख्या वो वीर चाह पी रहा सी, नाल पर्ची कट रहा सी। मैं उन्होंने कुछ नहीं किया। फिर बाद विच मैं अपने आप को अंदर जाके गुरु साहब को खिमा मंगी। मैं क्या गुरु साहब मैनू खिमा कर देना, जे वो 8-10 घंटे ड्यूटी निभा रहा है, कित्थे 5-7 मिनट अगर उन्हें चाह दे लै भी लेने, ते तू गुरु घर च आई है, बाणी ते तू सुन नहीं रहा, काला किस गल दा पै गया?
गल छोटी जरूर है। हुण देखो तुसी स्टेशन ते खड़े हो, लाइन लगी है, तू उस 5-10 मिनट नूं जे मूल मंत्र चौपाई साहब गुरमंत्र विच कन्वर्ट कर दें ते ओ तेरे अंदर जिहड़ी कालापन है ना, जिहड़े तैनूं अंदर तंग करदी है, वो सिमरन विच तब्दील हो जाएगी। भगतां की चाल निराली। ये बलिहारे जान तो ये गल्लां ने। गल छोटी जरूर है पर इनू इत्थे लागू नहीं, जिथे मर्जी तुसी संसार विच किथे घर विच भी वरत सकते हो। किसी दी वेट कर रहे हो, बजाए गुस्से होण दे, काले पैण दे, जे उस समय नूं असीं 5-10 मिनट सिमरन विच लगा दईए, पता लगे जे 15 मिनट वेट करनी पै रही है, एक चौपाई साहब दा जपजी साहब दा पाठ कर लीए, ते मैं समझांगा समा भी सफला हो गया ते मन भी ठहराव विच आ गया। ते ओ भगत नूं कहंदा बड़े प्यार नाल जी करके बुलांदा सी। एक पंक्ति आंदी गुरु ग्रंथ साहब दी, कहंदे ने तुद सलाहन तिन धन पल्ले, जिन्हां दे कोल ये नाम धन है ना, नानक का धन सोई, जे को जियो कहे उन्हां को। देखो गुरु ग्रंथ साहब दे कितने कीमती बोल ने। जम की तलब ना होई, कहंदे ने जेड़े ये नाम जपण वाले भगतां कोल, जिन्हां कोल नाम दा धन है, जे उन्हां नूं कोई जियो करके भी बुला ले ना, जी करके भी सत्कार कर देवे उन्हां दा, कुछ भी नहीं सत्कार कर देवे, कहंदे ने उन्हां नूं जमा दे वस नहीं पेगा। ते ओ जदों भगत जी कोल जाना ते बड़े प्यार नाल उन्हां नूं हथ जोड़ के उन बाकियां नूं काला बोलदा सी। समा पा के सेठ दी मौत होई ते जम लैके जा रहे सन। हिसाब होया उस कचहरी दे अंदर। नानक जी उपाय के लिखनावे धर्म बहालिया, उत्थे सच्चे ही सच निबड़े, चुन वख कड्डे जजमालिया, थाओ ना पाइन कूड़ियार मुँह काले दो जग चालिया, थाओ ना पाइन कूड़ियार मुँह काले दो जग चालिया, तेरे नाए रते से जिन गए, हार गए से ठगण वालिया, लिख नावे धर्म बहालिया। क्योंकि उत्ते सच दा निवेड़ा हुंदा है। वेख्या कि सेठ दा कोई काम चंगा नहीं है, पूरी जिंदगी विच इसने करवाहट नाल बोलिया है और लोगां नाल इन्हें ठगी भी कीती है। पर जद खाता खुल रहा सी ते उत्थे एक गल आई कि ये एक काम इन्हें चंगा कीता। जद मजदूरी देंदा सी, एक गुरु दा भगत, प्यारा परमात्मा दा भगत, उन्होंने बड़े जियो करके बुलांदा सी। ते जद ये खाता खुलिया, फिर जन नानक लेखा समझा, फिर जदों समझ, फिर धर्म राय दर कागज फाड़े, उहदे सारे लेखे मुक गए। मेरे कहन तो मुराद, जे कोई भगत नूं सलाहंदा है ना, कहने जो हर दासन की उस्तत, सा हर की वडियाई, हर अपनी वडियाई भावदी, जन का जयकार कराई। वाह, कितने कीमती बोल ने, नोट करना। जेड़े इस लाइन दे पांधी ने, इच्छुक ने, बड़े कीमती बोल जे। जो हर दासन की उस्तत है, जो हरि दे दासां दी उस्तत है, महाराज कहंदे ने ना, सा हर की वडियाई। तुसी समझो उन्हां दी वडियाई नहीं, हरि दी वडियाई कर रहे हो। हर अपनी वडियाई भावदी, जन का जयकार कराई। हरि अपनी वडियाई पाउण वास्ते ना अपने जन दा जयकार करा दिंदी है। हर का भगत प्रगट नहीं छपै। तो ये चीज़ां ने, जे भगत नूं असी अंदरों पहचान जाइए। बड़े बड़े भगत ने। बाबा नंद सिंह जी एक बारी बैठे सन, मैं उन्हों का इतिहास पढ़ रहा सी। बैठे बैठे अपने मुरीदां नूं राती 10-11 बजे का समा सी। कहंदे ने उठो भाई सारे सेवकां नूं, असी कब्रिस्तान जाना है। सारे सेवक जिहड़े नाल सन, भयंगम सन जिहड़े, वो कहंदे बाबा जी 11 बजे का टाइम है, सवेरे चलांगे, कब्रां विच ते सानूं कोई जान नहीं देगा, क्योंकि जिथे कब्रां हुंदियां ना मुसलमानों की, कोई जा नहीं सकता रात को। कहंदे ने मेरा जाना, मैनूं कोई काम है। 5-7 सेवक नाल ले, कबर वाले ने रोकया, पर बाबा नंद सिंह जी अगे चले गए।
ਅੱਗੇ ਗਏ, ਉਹ ਫੜ ਕੇ ਪੁੱਛਦੇ ਪਏ ਨੇ। ਬਾਬਾ ਨੰਦ ਸਿੰਘ ਨੇ ਕਿਹਾ ਜੀ ਜਦ ਤੱਕ ਅਸੀਂ ਕਹੀਏ ਨਾ ਤਾਂ ਕਿਸੇ ਨਾਲ ਗੱਲ ਨਹੀਂ ਕਰਨੀ ਕਿ ਅਸੀਂ ਕਿਉਂ ਆਏ ਹਾਂ, ਹੁਣ ਧਿਆਨ ਦੇਣਾ। ਬਾਬਾ ਜੀ ਨੇ ਕਹੀ ਲਈ, ਬਾਬਾ ਨੰਦ ਸਿੰਘ ਜੀ ਨੇ ਕਬਰ ਪੁੱਟਣੀ ਸ਼ੁਰੂ ਕਰ ਦਿੱਤੀ ਤੇ ਕਬਰ ਜਾ ਕੇ 5-6 ਫੁੱਟ ਥੱਲੇ ਜ਼ਮੀਨ ਤੇ ਪੂਰੀ ਬੰਦੇ ਦੀ ਕਬਰ ਜਿਹੜੀ ਹੁੰਦੀ ਪੂਰੀ ਪੁੱਟ ਕੇ, ਤੇ ਆਪ ਕਹਿੰਦੇ ਨੇ ਮੈਂ ਅੰਦਰ ਜਾ ਰਿਹਾ ਕਬਰ ਦੇ, ਜਦ ਤੱਕ ਮੈਂ ਬਾਹਰ ਨਾ ਆਵਾਂ ਤੇ ਕੋਈ ਵੀ ਇਹਨਾਂ ਦਾ ਬੰਦਾ ਪੁੱਛੇ ਤੇ ਤੁਸੀਂ ਦੱਸਣਾ ਨਹੀਂ ਹੈ। ਕਹਿੰਦੇ ਬਾਬਾ ਜੀ ਆ ਕੇ ਦੱਸਣਗੇ। ਮੈਂ ਇਤਿਹਾਸ ਉਹਨਾਂ ਦਾ ਪੜ੍ਹ ਰਿਹਾ ਸੀ। 2 ਦਿਨ ਨਿਕਲ ਗਏ, ਤੀਜਾ ਦਿਨ ਹੋਇਆ, ਸਾਰੇ ਮੁਸਲਮਾਨ ਇਕੱਠੇ ਹੋ ਕੇ ਆ ਗਏ, ਬਈ ਸਾਡੀ ਕਬਰ ਕਿੰਨੇ ਪੱਟੀ ਹੈ। ਪਰ ਉਹ ਇੰਤਜ਼ਾਰ ਕਰ ਰਹੇ ਨੇ। ਜਿਉਂ ਹੀ ਬਾਬਾ ਜੀ ਨੇ ਹੱਥ ਉੱਤੇ ਕੀਤਾ, ਉਹਨਾਂ ਨੂੰ ਕਬਰ ਦੇ ਵਿੱਚੋਂ ਬਾਹਰੋਂ ਕੱਢਿਆ ਗਿਆ। ਉਹਨਾਂ ਦੀ ਮਾਲਿਸ਼ ਵਗੈਰਾ ਹੋਈ ਤੇ ਸਾਰੇ ਮੁਸਲਮਾਨ ਸਨ ਜਿਹੜੇ, ਉਹ ਪੁੱਛੇ ਬਾਬਾ ਜੀ ਕੀ ਗੱਲ ਹੈ, ਤੁਸੀਂ ਕਬਰ ਕਿਉਂ ਪੱਟ ਕੇ ਆਉਂਦਾ? ਕਹਿੰਦੇ ਨੇ ਇਹ ਜਿਸ ਤੁਸੀਂ ਸਰੀਰ ਨੂੰ ਇੱਥੇ ਦਫਨਾਇਆ ਨਾ, ਇਹਨੂੰ ਮਾਰਦੇ ਲੈ ਕੇ ਜਾ ਰਹੇ ਸਨ, ਤੇ ਜਿਸ ਛੰਨੀ ਅੰਦਰ ਅਸੀਂ ਭਗਤੀ ਕਰ ਰਹੇ ਸਾਂ ਤੇ ਇਹਦੀ ਆਤਮਾ ਉੱਤੇ ਰੁਕੀ ਹੋਈ ਸੀ ਤੇ ਜੰਮ ਮਾਰ ਰਹੇ ਸਨ। ਤੇ ਉਹ ਕਹਿ ਰਹੇ ਸਨ, ਉਹ ਤੁਹਾਡਾ ਨਾਮ ਲੈ ਕੇ ਕਹਿ ਰਹੇ ਸਨ ਕਿ ਕੋਈ ਬਚਾ ਸਕਦਾ ਤੇ ਨੰਦ ਸਿੰਘ ਜੀ ਬਚਾਣਗੇ। ਤੇ ਉਹਨਾਂ ਨੇ ਪੁੱਛਿਆ ਫਿਰ ਤੁਸੀਂ ਕੀ? ਕਹਿੰਦੇ ਨੇ ਹੁਣ ਮੈਂ ਇੱਥੇ ਭਗਤੀ ਕਰਕੇ ਉਸ ਨੂੰ ਉਸ ਦਰਗਾਹ ਤੱਕ ਪਹੁੰਚਾ ਕੇ ਆਇਆ ਵਾਂ। ਇਹ ਪਤਾ ਕਿਉਂ ਮੈਂ ਗੱਲ ਕਰ ਰਿਹਾ? ਕਿਉਂਕਿ ਉਹਦੇ ਬੰਦੇ ਦਾ ਜੀਵਨ ਬੜਾ ਮਾੜਾ ਸੀ, ਪਰ ਜਦੋਂ ਛੋਟਿਆਂ ਹੁੰਦਿਆਂ ਬਾਬਾ ਨੰਦ ਸਿੰਘ ਜੀ ਨਾਲ ਜਿਹੜੇ ਪਸ਼ੂ ਨਹੀਂ ਚਾਰਦੇ, ਉਹਨਾਂ ਨਾਲ ਚਾਰਦੇ ਸੀ, ਪਸ਼ੂ ਚਾਰਦੇ ਸਨ, ਤੇ 2 ਦਿਨ ਉਹਨਾਂ ਨਾਲ ਸੰਗਤ ਹੋਈ ਸੀ ਖਾਲੀ। ਸੰਗਤ ਹੋ ਜਾਣੀ, ਸਮਝੋ ਕਿ ਗੁਰੂ ਤੁਹਾਨੂੰ ਪਾਰ ਉਤਾਰਾ ਕਰ ਦੇਗਾ। ਤੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਜੇ ਤੁਸੀਂ ਬਲਿਹਾਰ ਜਾਣਾ ਨਾ ਭਗਤਾਂ ਦੇ, ਤੇ ਉਹਨਾਂ ਦਾ ਸੰਗ ਜ਼ਰੂਰ ਕਰਿਆ ਕਰੋ। ਪੜ੍ਹਦੇ ਹੋ ਨਾ, ਇਹ ਪੰਕਤੀ ਆਉਂਦੀ ਹੈ ਸੁਮਣੀ ਸਾਹਿਬ ਵਿੱਚ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। ਕਾਂਖੀ ਜਿਹੜੇ ਚਾਹਵਾਨ ਨੇ ਉਹਦੇ ਦਰਸ਼ਨ ਦੇ, ਕੀ ਬੇਨਤੀ ਕਰ ਰਹੇ ਨੇ? ਨਾਨਕ ਉਨ ਸੰਗ ਮੋਹਿ ਉਦਾਰੋ, ਮੈਨੂੰ ਉਹਨਾਂ ਦਾ ਸੰਗ ਦੋ, ਮੈਂ ਉਧਾਰ ਹੋ ਜਾਏ ਮੇਰਾ ਵੀ। ਜਿਨ੍ਹਾਂ ਨੂੰ ਦੇਖਦਿਆਂ ਜਿਨ੍ਹਾਂ ਦਿਸੰਦਣਿਆਂ ਦੁਰਮਤ ਵੰਜੇ, ਮਿੱਤਰ ਅਸਾਡੜੇ ਸੇਈ, ਹੋਂ ਢੁੰਡੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇਈ। ਕਹਿੰਦੇ ਜਿਨ੍ਹਾਂ ਨੂੰ ਵੇਖਦਿਆਂ ਹੀ ਮਾੜੀ ਮੱਤ ਚੰਗੀ ਵਿੱਚ ਤਬਦੀਲ ਹੋ ਜਾਏ, ਉਹ ਦਰਅਸਲ ਸਾਡੇ ਮਿੱਤਰ ਨੇ। ਕਹਿੰਦੇ ਨੇ ਉਹਨਾਂ ਨੂੰ ਮੈਂ ਢੂੰਡ ਰਿਹਾ ਵਾਂ, ਪਰ ਉਹ ਹੈ ਵਿਰਲੇ ਨੇ। ਨਾਨਕ ਕੱਚੜਿਆਂ ਸੋ ਤੋੜ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾਨਕ ਕੱਚੜਿਆਂ ਸੋ ਤੋੜ, ਢੂੰਡ ਸਜਣ ਸੰਤ ਪੱਕਿਆਂ। ਕਹਿੰਦੇ ਨੇ ਕੱਚੇ ਮਿੱਤਰ ਜਿਹੜੇ ਤੂੰ ਬਣਾਏ ਨੇ ਨਾ, ਇਹਨਾਂ ਤੋਂ ਰਸਤਾ ਤੋੜ ਦੇ। ਉਹ ਆਪ ਵੀ ਡੁੱਬੇ ਨੇ, ਤੈਨੂੰ ਵੀ ਡੋਬ ਦੇਣਗੇ। ਤਾਂ ਹੀ ਗੁਰਬਾਣੀ ਵਿੱਚ ਅਸੀਂ ਰੋਜ਼ ਅਰਦਾਸ ਕਰੀ ਦੀ, ਬਾਬਾ ਜੀ ਜਿੱਥੇ ਢਿੱਗੇ ਹੋਏ, ਢਹਿੰਦੇ ਹੋਏ, ਵਿਕਾਰਾਂ ਵਿੱਚ ਗਰਸੇ ਹੋਏ, ਉਹਨਾਂ ਤੋਂ ਬਚਾਓ। ਤੇ ਜਿੱਥੇ ਇਹ ਗੱਲ ਕਰੀਦੀ ਹੈ ਤੇ ਅਖੀਰ ਵਿੱਚ ਇਹ ਵੀ ਕਹੀਦਾ ਕਿ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਕੱਚੜਿਆਂ ਸਿਉ ਤੋੜ, ਅਰਦਾਸ ਕਰਿਆ ਕਰੋ ਕਬੀਰ, ਸਾਖਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਏ, ਤੋ ਕਿਛ ਲਾਗੇ ਦਾਗ। ਕਾਲਾ ਭਾਂਡਾ ਹੁੰਦਾ ਨਾ, ਜੇ ਅੱਗ ਤੇ ਪਿਆ ਹੋਵੇ, ਸਿਆਣੇ ਬੈਠੇ ਹੋ ਤੁਸੀਂ, ਭਾਂਡੇ ਨੂੰ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੇ ਰੱਖਾਂਗੇ ਨਾ ਤੇ ਕਾਲਕ ਲੱਗ ਹੀ ਜਾਏਗੀ।
ਤੇ ਜੇ ਸਾਕਤ ਟੁੱਟੇ ਹੋਏ ਬੰਦੇ ਨਾਲ ਕਿੱਥੇ ਵੀ ਸੰਗ ਕਰੋਗੇ ਉਹਦਾ ਅਸਰ ਤੁਹਾਨੂੰ ਪੈ ਹੀ ਜਾਣਾ ਹੈ, ਭਾਵੇਂ ਤੁਸੀਂ ਉਹਦੇ ਕੋਲੋਂ ਜਿੰਨਾ ਮਰਜ਼ੀ ਬਚੋ। ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਪਾ। ਉਹ ਵੇਖੋ ਤੇ ਦੂਰੋਂ ਹੀ ਭੱਜ ਪੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਕਚੜਿਆਂ ਸੋ ਤੋੜ, ਢੂੰਡ ਸਜਣ ਸੰਤ ਪੱਕਿਆਂ, ਉਹ ਜਿਵੰਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਜਿਹੜੇ ਕੱਚੇ ਮਿੱਤਰ ਹੋਣਗੇ ਨਾ ਉਹ ਜਿੰਦਿਆਂ ਜੀ ਛੱਡ ਜਾਣਗੇ। ਦੇਖੋ ਜਿਹੜੇ ਜੀਵਨ ਵਿੱਚ ਸਾਨੂੰ ਮਿੱਤਰ ਮਿਲਦੇ ਨੇ ਨਾ, ਜਾਂ ਤੇ ਉਹ ਛੱਡ ਜਾਣਗੇ ਜਾਂ ਅਸੀਂ ਛੱਡ ਜਾਵਾਂਗੇ। ਉਹ ਜਿਵੰਦੇ ਵਿਛੜੇ, ਪਰ ਜਿਹੜੇ ਪੱਕੇ ਹੁੰਦੇ ਨੇ ਨਾ, ਰੱਬ ਦੇ ਨਾਲ ਜੁੜੇ ਹੋਏ, ਉਹ ਮੋਇਆ ਨਾ ਜਾਈ ਛੋੜ। ਉਹ ਮਰਨ ਤੋਂ ਬਾਅਦ ਵੀ ਤੁਹਾਡੇ ਨਾਲ ਰਹਿਣਗੇ। ਤੋ ਮਹਾਰਾਜ ਨੇ ਤਾਂ ਹੀ ਕਿਹਾ ਕਿ ਉਹਨਾਂ ਦਾ ਮੇਲ ਕਰਾਇਆ ਕਰੋ ਜਿਨ੍ਹਾਂ ਦੇ ਮਿਲਿਆ। ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਬਾਹਾ, ਸਾਕਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾਹ। ਉਹਦੇ ਨਾਲ ਸੰਗਤ ਕਰੋ ਜਿਹੜੀ ਸੰਗਤ ਕਰਨ ਦੇ ਨਾਲ ਅੰਤ ਸਮੇਂ ਵੀ ਸਾਡੀ ਬਾਂਹ ਫੜ ਲੈ। ਦੇਖੋ ਨਾ ਸੀ ਪੈਦਾ ਹੋਏ ਸੀ, ਧਿਆਨ ਦੇਣਾ, ਨਾ ਕਿਸੇ ਨੇ ਦੁਨਿਆਵੀ ਬੰਦੇ ਨੇ ਸਾਡੀ ਰੱਖੀ। ਹੁਣ ਮਾਂ ਦੇ ਪੇਟ ਦੀ ਕੌਣ ਰੱਖਿਆ ਕਰ ਰਿਹਾ ਸੀ? ਹਰ ਵਕਤ ਅਸੀਂ ਕਿਤੇ ਕੰਮ ਤੇ ਬਾਹਰ ਜਾਂਦੇ ਹਾਂ, ਮਿੱਤਰ ਜਿੰਨਾ ਮਰਜ਼ੀ ਹੋਏਗਾ 24 ਘੰਟੇ ਤੁਹਾਡੇ ਨਾਲ ਨਹੀਂ ਰਹੇਗਾ। ਨਾ ਮਾਤਾ ਦੇ ਗਰਭ ਵਿੱਚ ਸੀ ਨਾ ਵਿੱਚ ਸੀ, ਤੇ ਜਦੋਂ ਮੌਤ ਹੋ ਜਾਣੀ ਹੈ ਤਦ ਵੀ ਉਸਨੇ ਨਾਲ ਨਹੀਂ ਹੋਣਾ। ਤੇ ਫਿਰ ਕਿਉਂ ਨਾ ਮਾਰੇ ਦੀ ਪੰਕਤੀ ਆਉਂਦੀ ਹੈ, ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਤੂੰ ਉਹਨੂੰ ਕਿਉਂ ਨਹੀਂ ਧਿਆ ਫਿਰ ਜਿਹੜਾ ਆਦ ਤੋਂ, ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਸੀ, ਮੁਖ ਤਲੇ ਪੈਰ ਉਪੜੇ, ਵਸੰਦੋ ਕੁਹਥੜੇ ਥਾਉ, ਤੂੰ ਐਨੀ ਮਾੜੀ ਜਗ੍ਹਾ ਤੇ ਗੰਦੀ ਜਗ੍ਹਾ ਤੇ ਜੋ ਮਾਂ ਗੰਦ ਜੋ ਵੀ ਖਾ ਰਹੀ ਸੀ ਭਸਮ ਹੋ ਕੇ ਤੇਰੇ ਉੱਤੇ ਪੈ ਰਿਹਾ ਸੀ। ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰੇ ਜਿਸ ਦੇ ਨਾਮ ਤੇਰੀ ਉੱਥੇ ਵੀ ਉਹ ਰੱਖਿਆ ਕਰ ਰਿਹਾ ਸੀ। ਉਹ ਕੌਣ ਸੀ? ਉੱਥੇ ਕੋਈ ਮਿੱਤਰ ਸੀ? ਈਵਨ ਤੇਰੀ ਮਾਂ ਜਿਹਦੇ ਦਾ ਪੇਟ ਵਿੱਚ ਸੀ ਤਾਂ ਉਹ ਵੀ ਤੇਰੀ ਰੱਖਿਆ ਨਹੀਂ ਕਰ ਰਹੀ ਸੀ। ਮਾਂ ਜੋ ਖਾਂਦੀ ਪਈ ਸੀ ਉਹ ਭਸਮ ਹੋ ਰਿਹਾ ਸੀ, ਪਰ ਤੈਨੂੰ ਉੱਥੇ ਵੀ ਬਚਾ ਕੇ ਰੱਖਿਆ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਤੇ ਫਿਰ ਕਿਉਂ ਨਾ ਅਸੀਂ ਉਹਨੂੰ ਮਿੱਤਰ ਬਣਾਈਏ ਜਿਹੜਾ ਆਦ ਮੱਧ ਵਿੱਚ ਵੀ ਹੈ। ਜੇ ਮੈਂ ਇੱਥੋਂ ਕੰਮ ਤੇ ਜਾ ਰਿਹਾ, ਬਾਹਰ ਜਾ ਰਿਹਾ, ਅੰਮ੍ਰਿਤਸਰ ਜਾ ਰਿਹਾ, ਜਲੰਧਰ ਜਾ ਰਿਹਾ, ਬੰਬੇ ਜਾ ਰਿਹਾ, ਚੇਨਈ ਜਾ ਰਿਹਾ, ਹਰ ਜਗ੍ਹਾ ਕੋਈ ਮਿੱਤਰ ਨਹੀਂ ਹੋਏਗਾ, ਘਰ ਵਾਲੀ ਨਹੀਂ ਹੋਏਗੀ। ਮੱਧ ਤੇ ਵੀ ਅੰਤ ਵੇਲੇ ਵੀ ਸਾਡੇ ਜਾਣ ਤੋਂ ਬਾਅਦ ਵੀ ਸਾਡੀ ਬਾਂਹ ਫੜਨ ਵਾਲੇ ਕੌਣ ਨੇ? ਉਹ ਪਰਮਾਤਮਾ, ਗੁਰੂ, ਭਗਤ, ਨਾਮ ਜਪਣ ਵਾਲੇ। ਮਹਾਰਾਜ ਕਹਿੰਦੇ ਨੇ ਆਦ ਅੰਤ ਮੱਧ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਤੋ ਇਸ ਕਰਕੇ ਉਹਨਾਂ ਨੂੰ ਅਸੀਂ ਧਿਆਨ ਕਰੀਏ ਜਿਹੜੇ ਸਦਾ ਹੀ ਸਾਡੇ ਨਾਲ ਨੇ। ਤੁਸੀਂ ਭਗਤਾਂ ਦਾ ਇਤਿਹਾਸ ਫੜ ਲਓ, ਭਗਤਾਂ ਨੇ ਜਿਨ੍ਹਾਂ ਜਿਨ੍ਹਾਂ ਦੀ ਬਾਂਹ ਫੜੀ ਹੈ ਉਹ ਇਸ ਸੰਸਾਰ ਭਵਸਾਗਰ ਤੋਂ ਪਾਰ ਹੋ ਜਾਂਦੇ ਹਨ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ, ਹਰਨਾਕਰ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਉਹਨਾਂ ਨੇ ਅੰਤ ਸਮੇਂ ਵੀ ਛਡਾ ਦੇਣਾ ਹੈ। ਤੋ ਐਸੇ ਭਗਤਾਂ ਦੇ ਵਿੱਚੋਂ ਅੱਜ ਅਸੀਂ ਇੱਕ ਜ਼ਿਕਰ ਕਰਨੇ ਹਾਂ। ਸੁਣਿਆ ਤੁਸੀਂ ਬਹੁਤ ਵਾਰੀ ਹੋਣਾ, ਅੱਜ ਸਹਿਣ ਭਗਤ ਦੀ ਅਸੀਂ ਗੱਲ ਕਰਨੇ ਹਾਂ। ਔਰ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਭਾਈ ਗੁਰਦਾਸ ਜੀ ਵੇਦ ਵਿਆਸ ਗੁਰਮਤਿ ਦੇ ਫਿਲਾਸਫਰ ਇੱਕ ਵਾਰ ਵਿੱਚ ਬੜਾ ਸੁੰਦਰ ਲਿਖਦੇ ਨੇ। ਦੇਖੋ, ਕਿਸੇ ਨੂੰ ਵੇਖ ਕੇ ਕਿਸੇ ਨੂੰ ਰੰਗ ਚੜ ਜਾਣਾ ਬੜੀ ਵੱਡੀ ਗੱਲ ਹੈ। ਤੁਸੀਂ ਵੀ ਆਪਣੇ ਜੀਵਨ 'ਚ ਵੇਖਿਆ ਹੋਏਗਾ, ਜਦੋਂ ਤੁਸੀਂ ਇਸ ਬੰਨੇ ਗੁਰੂ ਦੇ ਬੰਨੇ ਲੱਗੇ ਹੋਵੋਗੇ, ਕੋਈ ਨਾ ਕੋਈ ਤੁਹਾਨੂੰ ਬਾਂਹ ਫੜਨ ਵਾਲਾ ਮਿਲਿਆ ਹੋਏਗਾ।
ਤੁਹਾਡੇ ਜੀਵਨ ਵਿੱਚ ਕੋਈ ਨਾ ਕੋਈ ਐਸਾ ਬੰਦਾ ਤੁਹਾਨੂੰ ਮਿਲੇਗਾ ਜਿਨੇ ਤੁਹਾਨੂੰ ਤੁਸੀਂ ਕਹੋਗੇ ਕਿ ਇਹ ਬੰਦੇ ਦੇ ਕਰਕੇ ਮੈਂ ਇਹਦਾ ਜੀਵਨ ਵੇਖ ਕੇ ਮੈਂ ਗੁਰੂ ਵਾਲੇ ਬੰਨੇ ਬਣ ਲੱਗ ਗਿਆ। ਅਕਸਰ ਦੇਖਿਆ ਕਰੋ, ਸਾਨੂੰ ਵੀ ਕੋਈ ਲਗਾਉਣ ਵਾਲਾ ਸੀ ਜੋ ਇਸ ਬੰਨੇ ਉਹਨੇ ਚਲਾ ਦਿੱਤਾ। ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਤੁਹਾਨੂੰ ਵੀ ਕੋਈ ਨਾ ਕੋਈ ਪ੍ਰੇਰਨਾ ਸਰੋਤ ਹੋਏਗਾ ਜਿਹੜਾ ਇਸ ਬੰਨੇ ਲਗਾਉਣ ਵਾਲਾ ਹੋਏਗਾ। ਜਦ ਸਹਿਣ ਸੀ, ਇਹਦਾ ਪੇਸ਼ਾ ਸੀ ਨਾਈ। ਨਾਈ ਕੀ ਹੁੰਦੇ ਨੇ? ਜਿਹੜੀ ਮੁੱਠੀ ਚਾਪੀ ਕਰਨੀ, ਮਾਲਿਸ਼ਾਂ ਕਰਨੀਆਂ, ਘਰਾਂ ਘਰਾਂ 'ਚ ਜਾ ਕੇ ਨੀਵੇਂ ਕੰਮ ਸੀ ਨਾਈ ਦੇ। ਇਹਨਾਂ ਨੇ ਜਦੋਂ ਭਗਤ ਕਬੀਰ ਜੀ ਦਾ ਇਤਿਹਾਸ ਪੜ੍ਹਿਆ ਨਾ, ਇਹ ਬਲਿਹਾਰ ਜਾਣ ਦੀ ਗੱਲ ਚੱਲ ਰਹੀ ਹੈ ਨਾ, ਤੇਰਿਆਂ ਭਗਤਾਂ ਕੋ ਬਲਿਹਾਰਾ, ਇਹ ਬਲਿਹਾਰ ਕਿਵੇਂ ਜਾਣਾ ਹੈ? ਉਹਨਾਂ ਨੇ ਜਦ ਭਗਤਾਂ ਦੀਆਂ ਕਹਾਣੀਆਂ ਪੜ੍ਹੀਆਂ, ਭਗਤਾਂ ਦੀਆਂ ਕਹਾਣੀਆਂ ਪੜ੍ਹੀਆਂ, ਭਗਤਾਂ ਦੀਆਂ ਬਾਣੀ ਪੜ੍ਹੀ, ਇੱਕ ਮਨ ਵਿੱਚ ਚਾਹ ਆਇਆ ਕਿ ਮੈਂ ਵੀ ਕਿਉਂ ਨਾ ਕਬੀਰ ਬਣਾ। ਦੇਖੋ, ਕੋਈ ਅੱਛਾ ਗਾ ਰਿਹਾ ਹੈ, ਕੋਈ ਭੈਣ ਜੀ ਅੱਛਾ ਗਾਉਂਦੀ ਹੈ, ਕੋਈ ਵੀਰ ਅੱਛਾ ਗਾਉਂਦਾ ਹੈ, ਸਾਡੇ ਅੰਦਰ ਬੈਠੇ ਬੈਠੇ ਚਾਹ ਆਉਂਦਾ ਨਾ, ਯਾਰ ਮੈਂ ਵੀ ਕਿਉਂ ਨਾ ਮਿਹਨਤ ਕਰਾਂ, ਮੈਂ ਵੀ ਇਸ ਤਰ੍ਹਾਂ ਗਾਵਾਂ। ਜੇ ਉਹ ਗਾ ਸਕਦਾ, ਮੈਂ ਵੀ ਤਾਂ ਗਾ ਸਕਦਾ ਨਾ। ਫਿਰ ਉਹ ਕੀ ਕਰਦਾ? ਉਹਦੇ ਅੰਦਰ ਚਾਹ ਪੈਦਾ ਹੁੰਦਾ, ਮਨ ਚਾਉ ਪਿਆ ਪ੍ਰਭ ਆ। ਜਿਸ ਤਰ੍ਹਾਂ ਚਾਹ ਪੈਦਾ ਹੁੰਦਾ ਕੋਈ ਚੀਜ਼ ਨੂੰ ਵੇਖ ਕੇ, ਤੇ ਇਸੇ ਤਰ੍ਹਾਂ ਸਹਿਣ ਨੂੰ ਇੱਕ ਚਾਹ ਪੈਦਾ ਹੋਇਆ ਅੰਦਰ ਕਿ ਮੈਂ ਵੀ ਇੱਕ ਦਿਨ ਕਬੀਰ ਬਣ ਸਕਣਾ। ਸੁਨ ਪ੍ਰਤਾਪ ਕਬੀਰ ਦਾ, ਪ੍ਰਤੀਪ ਦਾ, ਕਬੀਰ ਸਾਹਿਬ ਦਾ ਪ੍ਰਤਾਪ ਸੁਣ ਕੇ, ਉਹਦੀ ਮਹਿਮਾ ਸੁਣ ਕੇ, ਉਹਦੀ ਵਡਿਆਈਆਂ ਸੁਣ ਕੇ, ਉਹਦੀ ਵਾਹਵਾ ਸੁਣ ਕੇ, ਸੁਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਸੈਣ ਨਾਈ ਸੀ ਜਿਹੜਾ ਪੇਸ਼ੇ ਤੋਂ, ਉਹ ਦੂਜਾ ਸਿੱਖ ਬਣਿਆ। ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ। ਉਹਦਾ ਕੰਮ ਪਤਾ ਕੀ ਸੀ? ਪ੍ਰੇਮ ਭਗਤ ਰਾਤੀ ਕਰੇ। ਉਹ ਕੋਈ ਟਾਈਮ ਤੇ ਹੁੰਦਾ ਨਹੀਂ ਸੀ। ਸਵੇਰੇ ਰਾਜਾ ਦੇ ਮਹਿਲਾਂ ਵਿੱਚ ਜਾਣਾ ਤੇ ਰਾਤ ਨੂੰ ਆਉਣਾ। ਉਹਦੇ ਕੋਲ ਸਮਾਂ ਸਿਰਫ ਰਾਤ ਦਾ ਬਚਦਾ ਸੀ। ਉਹ ਫਿਰ ਕੀ ਕਰਦਾ ਸੀ? ਰਾਤੀ ਕਬੀਰ ਸਾਹਿਬ ਦੀਆਂ ਗੱਲਾਂ ਸੁਣ ਕੇ ਰਾਤੀ ਭਗਤੀ 'ਚ ਬਹਿ ਜਾਣਾ। ਰਾਤ ਤੋਂ ਭਾਵ ਦੂਜੇ ਪੈਰ ਵਿੱਚ। ਦੂਜਾ ਦੇਖੋ, ਦਿਨ ਦੇ 8 ਪੈਰ ਹੁੰਦੇ ਨੇ, 3-3 ਘੰਟੇ ਦਾ ਪੈਰ ਹੁੰਦਾ ਜੇ। 12 ਵਜੇ ਤੋਂ ਬਾਅਦ ਪਹਿਲਾ ਪੈਰ 3 ਵਜੇ ਤੱਕ ਹੈ, 3 ਤੋਂ 6 ਦੂਜਾ ਪੈਰ ਹੈ, ਤੀਜਾ ਪੈਰ 6 ਤੋਂ 9 ਹੈ, ਫਿਰ 9 ਤੋਂ 12, 12 ਤੋਂ 3, 3 ਤੋਂ 6, ਇਸ ਤਰ੍ਹਾਂ ਸਾਡੇ 8 ਪੈਰ ਨੇ। ਫਿਰ ਘੜੀਆਂ ਨੇ, ਫਿਰ ਵਿਸੂਏ, ਫਿਰ ਚਸੂਏ, ਚਸੀਆ, ਇਹ ਸਾਰੀਆਂ ਅੱਗੋਂ ਨੇ। ਫਿਰ ਪਲ ਆਉਂਦਾ ਇੱਕ ਨਿਮਖ ਜਿੰਨਾ, ਘੜੀਏ ਚਸੀਏ ਪੜੀਏ ਆਉਂਦਾ ਨਾ ਕਿ ਗੁਰਬਾਣੀ ਦੇ ਵਿੱਚ। ਚਲੋ ਇਹ ਸਮਾਂ ਨਹੀਂ ਕਦੀ ਹੋਏਗਾ, ਇਹਦੀ ਵੀ ਡਿਟੇਲ ਵਿੱਚ ਲਵਾਂਗੇ। ਘੜੀਆਂ ਵੀ ਨੇ ਵਿੱਚ, ਜਿਹਦਾ ਸੰਬੰਧਿਤ ਗੁਰੂ ਸਾਹਿਬ ਨੇ, ਕਬੀਰ ਸਾਹਿਬ ਨੇ ਵੀ ਕਿਹਾ, ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ। ਹੁਣ ਜਦੋਂ ਕਬੀਰ ਸਾਹਿਬ ਦਾ ਪ੍ਰਤਾਪ ਸੁਣਿਆ, ਸੁਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ। ਰਾਤੀ ਫਿਰ ਉਸ ਪਰਮਾਤਮਾ ਦੀ ਭਗਤੀ 3 ਵਜੇ 4 ਵਜੇ ਉੱਠ ਕੇ ਫਿਰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਣਾ। ਕਈ ਕਹਿੰਦੇ ਨਾ ਰਾਤੀ ਲੇਟ ਆਉਂਦੇ ਆ, ਸਵੇਰੇ ਬਈ ਜਦੋਂ ਮਨ ਵਿੱਚ ਇੱਕ ਪਿਆਸ ਲੱਗੇਗੀ ਨਾ, ਦੇਖੋ ਕੂਏ ਨੇ ਤੇ ਚੱਲ ਕੇ ਆਣਾ ਨਹੀਂ, ਮੈਨੂੰ ਖਿਮਾ ਕਰ ਦੇਣਾ। ਹਮੇਸ਼ਾ ਜਿੰਨੇ ਵੀ ਜਾਣਾ ਨਾ, ਪਿਆਸੇ ਨੇ ਕੂਏ ਕੋਲ ਜਾਣਾ ਹੈ। ਕਦੀ ਦੱਸੋ ਕੂਆ ਚੱਲ ਕੇ ਕਿਸੇ ਕੋਲ ਆਇਆ ਹੋਏ ਜੀ ਮੈਂ ਤੇਰੀ ਪਿਆਸ ਬੁਝਾ ਦੇਣਾ? ਅੰਦਰੋਂ ਲੱਗਣ ਚਾਹੀਦੀ ਹੈ। ਦੇਖੋ ਸ਼ਬਦ ਪੜਾਂਗੇ ਤਦ ਹੀ ਪੜਾਂਗੇ, ਵਿਚਾਰ ਕਰਾਂਗੇ, ਕੀਰਤਨ ਕਰਾਂਗੇ, ਗੁਰੂ ਦੇ ਬਾਣੀ ਦੀ, ਗੁਰੂ ਦੀ ਸੇਵਾ ਕਰਾਂਗੇ, ਇਹ ਜਦ ਤੱਕ ਅੰਦਰੋਂ ਲਗਨ ਨਹੀਂ ਹੋਏਗੀ। ਬੱਦਾ ਚੱਟੀ ਨਹੀਂ, ਮਾਰ ਕਹਿੰਦੇ ਬੱਦਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ। ਜੇ ਕੋਈ ਅਸੀਂ ਬੱਦਾ ਚੱਟੀ ਕੰਮ ਕਰਨੇ ਆ ਨਾ, ਤੇ ਉਹਦਾ ਨਾ ਗੁਣ ਮਿਲਦਾ ਨਾ ਕੋਈ ਉਪਕਾਰ ਹੈ। ਤੇ ਉਹ ਰਾਤੀ ਪ੍ਰੇਮ ਭਗਤੀ ਦੇ ਨਾਲ ਉਸ ਪਰਮਾਤਮਾ ਦੇ ਨਾਲ ਲਿਵ ਜੁੜਦਾ ਸੀ। ਸਵੇਰੇ ਜਾ ਕੇ ਭਗਤੀ ਕਰਦਾ, ਆਪਣੇ ਕੰਮ ਤੇ ਜਾਂਦਾ ਸੀ। ਹੋਇਆ ਕਿ ਆਏ ਸੰਤ ਪਰੋਣੇ, ਕੀਰਤਨ ਹੋਆ ਰਹਿਣ ਸੁਬਾਈ। ਕਹਿੰਦੇ ਨੇ ਇੱਕ ਦਿਨ ਕੀ ਹੋਇਆ, ਨੇਤ ਪਰਮੇਸ਼ਰ ਦੀ ਸੰਤਾਂ ਦੀ ਮੰਡਲੀ ਨਾ ਚੱਲ ਕੇ ਅੱਜ ਸਹਿਣ ਦੇ ਘਰ ਆ ਗਈ। ਤੁਸੀਂ ਦੇਖੋ, ਅਸੀਂ ਬਹੁਤ ਛੋਟੇ ਹੁੰਦੇ ਸਾਂ ਨਾ, ਤੇ ਕਈ 3-3 4-4 ਸਾਧੂ ਨਾ ਗਲ ਵਿੱਚ ਵਾਜਾ ਪਾਇਆ, ਢੋਲਕੀ ਪਾਈ, ਤੇ ਉਹ ਰਾਤ ਦੇ ਅੰਧੇਰੇ ਵਿੱਚ ਕੀਰਤਨ ਕਰਦੇ ਜਾਂਦੇ ਸਨ।
ਉਹ ਕਿਸੇ ਨੂੰ ਲੈਣਾ ਦੇਣਾ ਨਹੀਂ। ਗਲੀਆਂ ਵਿੱਚੋਂ ਨਿਕਲਦੇ ਸਨ, ਅਸੀਂ ਬਹੁਤ ਛੋਟੇ ਹੁੰਦੇ ਸਨ, ਸਾਧੂ ਲੋਕ ਆਉਂਦੇ ਸਨ। ਅੱਜ ਕੱਲ੍ਹ ਰਵਾਇਤ ਖਤਮ ਹੀ ਹੋ ਗਈ ਹੈ, ਨਜ਼ਰ ਹੀ ਨਹੀਂ ਆਉਂਦੇ, ਲੇਕਿਨ ਪਹਿਲਾਂ ਹੁੰਦੇ ਸਨ, ਅਸੀਂ ਛੋਟੇ ਹੁੰਦੇ ਸਾਂ, ਦੇਖਦੇ ਸਨ। ਕਹਿੰਦੇ ਨੇ ਇੱਕ ਦਿਨ ਕੀ ਹੋਇਆ, ਸਵੇਰ ਹੋਈ, ਕਬੀਰ ਸੈਣ ਜੀ ਭਗਤੀ ਤੇ ਬਿਆਨ ਲੱਗੇ, ਸੰਤ ਪ੍ਰਾਹੁਣੇ ਬਣ ਕੇ ਇਹਨਾਂ ਦੇ ਘਰ ਆ ਗਏ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ। ਰਹਿਣ ਰਾਤ ਹੋ ਗਈ, ਸਬਾਈ ਸਾਰੀ ਰਾਤ। ਜਦੋਂ ਘਰ ਕੋਈ ਮਹਿਮਾਨ ਬਣ ਕੇ ਆ ਜਾਵੇ ਕਿ ਜੀ ਅਸੀਂ ਤੁਹਾਡੇ ਘਰ ਬਹਿ ਕੇ ਇਕੱਠੇ ਕੀਰਤਨ ਕਰਨੇ ਆ, ਤੇ ਕੋਈ ਵੀ ਸ਼ਖਸ ਮਨਾ ਨਹੀਂ ਕਰੇਗਾ। ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਸੈਣ ਇੰਨਾ ਲੀਨ ਹੋ ਗਏ ਉਸ ਕੀਰਤਨ ਵਿੱਚ। ਕੀਰਤਨ ਹੋਆ ਰਹਿਣ ਸਬਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਹੁਣ ਸੰਤਾਂ ਨੂੰ ਕਿਵੇਂ ਛੱਡੇ? ਘਰ ਕੋਈ ਪ੍ਰਾਹੁਣਾ ਤੁਹਾਡੇ ਘਰ ਆ ਜਾਏ, ਤੁਸੀਂ ਛੱਡ ਕੇ ਕੰਮ ਜਾ ਸਕਦੇ ਹੋ? ਕਦੀ ਨਹੀਂ। ਤੇ ਹੁਣ ਸੰਤ ਘਰ ਆਏ ਨੇ, ਕੀਰਤਨ ਹੋ ਰਿਹਾ, ਭੁੱਲ ਗਿਆ ਅੱਜ ਮੈਂ ਨੌਕਰੀ ਤੇ ਨਹੀਂ ਗਿਆ। ਪਰ ਕੀ ਹੋਇਆ, ਸੈਣ ਰੂਪ ਰਜਾਏ ਕੇ ਆਇਆ ਰਾਣੇ ਨੂੰ ਰਜਾਈ। ਉਧਰ ਕੀ ਹੋਇਆ, ਸੈਣ ਦਾ ਰੂਪ, ਰੱਬ ਸੈਣ ਦਾ ਰੂਪ ਧਾਰ ਕੇ ਉੱਥੇ ਚਲੇ ਗਏ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਹੁਣ ਜਦ ਸਾਧ ਜਨਾਂ ਨੇ ਵਿਦਾ ਲਈ, ਜੀ ਸਾਨੂੰ ਇਜਾਜ਼ਤ ਦਿਓ, ਤੇ ਉਹਨਾਂ ਨੂੰ ਵਿਦਾ ਕੀਤਾ, ਇੱਕਦਮ ਧਿਆਨ ਆਇਆ ਕਿ ਭਲਿਆ ਅੱਜ ਤੇ ਰਾਜੇ ਦੀ ਮਾਲਿਸ਼ ਰਹਿ ਗਈ ਆ। ਅੱਜ ਤੇ ਰਾਜਾ ਪਤਾ ਨਹੀਂ ਕਿਹੜਾ ਮੇਰੇ ਉੱਤੇ ਕੋਈ ਸਜ਼ਾ ਲਾ ਦੇਵੇ ਕਿ ਜਿਸ ਰਾਜੇ ਦੀ ਮੈਂ ਰੋਜ਼ ਮੁੱਠੀ ਚਾਪੀ ਕਰਦਾ ਵਾਂ, ਮਾਲਿਸ਼ ਕਰਨਾ ਵਾਂ, ਉਹਦੇ ਮੈਂ ਸਾਰੀ ਸਰੀਰ ਦੀ ਸੇਵਾ ਕਰਦਾ ਵਾਂ, ਅੱਜ ਨਹੀਂ ਗਿਆ। ਤੇ ਅੱਜ ਰਾਜਾ ਬੜਾ ਮੇਰੇ ਨਾਲ, ਪਤਾ ਨਹੀਂ ਮੈਨੂੰ ਜੇਲ੍ਹ ਵਿੱਚ ਨਾ ਸੁੱਟ ਦੇ, ਮੈਨੂੰ ਫਾਂਸੀ ਨਾ ਦੇ ਦੇ, ਕਿਉਂਕਿ ਪਹਿਲਾਂ ਕਾਨੂੰਨ ਬੜੇ ਸਖਤ ਹੁੰਦੇ ਸਨ। ਰਾਜਾ ਦੀ ਕੋਈ ਇਸ ਤਰ੍ਹਾਂ ਡਿਊਟੀ ਨਾ ਕਰੇ। ਤੇ ਅੱਜ ਕੱਲ੍ਹ ਤੇ ਸਰਕਾਰੀ ਆਫਿਸ ਵਿੱਚ ਤੇ ਬੰਦਾ 4-5 ਘੰਟੇ ਗਾਇਬ ਹੋ ਜਾਂਦਾ, ਕੰਮ ਵੀ ਨਹੀਂ ਕਰਦੇ। ਪਰ ਉਸ ਵੇਲੇ ਰਾਜੇ ਬੜੇ ਸਖਤ ਹੁੰਦੇ ਸਨ। ਹੁਣ ਕੀ ਹੋਇਆ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਹੁਣ ਰਾਜ ਦੁਆਰ ਬੜਾ ਸ਼ਰਮਾ ਕੇ ਡਰਦਾ ਹੋਇਆ ਜਾ ਰਿਹਾ ਹੈ, ਪਤਾ ਨਹੀਂ ਅੱਜ ਰਾਜੇ ਨੇ ਮੇਰੇ ਨਾਲ ਕੀ ਕਰਨਾ ਹੈ। ਰਾਣੇ ਦੂਰੋਂ ਸੱਦ ਕੇ, ਰਾਣੇ ਨੇ ਦੂਰੋਂ ਆਵਾਜ਼ ਮਾਰੀ। ਇਹ ਹਲੇ ਮਹਿਲਾਂ ਦੇ ਦਹਲੀਜ਼ ਵਿੱਚ ਹਲੇ ਕਦਮ ਹੀ ਨਹੀਂ ਰੱਖਿਆ ਸੈਣ ਨੇ, ਦੂਰੋਂ ਆਵਾਜ਼ ਮਾਰੀ, ਓਏ ਸੈਣ, ਓਏ ਸੈਣ ਇੱਧਰ ਆ। ਸੈਣ ਘਬਰਾ ਗਿਆ, ਪਤਾ ਨਹੀਂ ਅੱਜ ਤੇ ਪਤਾ ਨਹੀਂ ਮੇਰੇ ਨਾਲ ਕੀ ਬਣਨਾ ਹੈ। ਅੱਜ ਤੇ ਮੈਨੂੰ ਇਹਨੇ ਰਾਜੇ ਨੇ ਪਤਾ ਨਹੀਂ ਜੇਲ੍ਹ ਕਰ ਦੇਣੀ ਹੈ, ਜਾਂ ਮੈਨੂੰ ਅੱਜ ਜਾਨੋਂ ਹੀ ਮਾਰ ਦੇਣਾ। ਰਾਣੇ ਦੂਰੋਂ ਸੱਦ ਕੇ ਗਲੋਂ ਕਵਾਈ ਖੋਲ ਪਹਿਨਾਈ। ਜਿਉਂ ਹੀ ਰਾਜੇ ਦੇ ਕੋਲ ਆਇਆ ਸੈਣ, ਤੇ ਉਹਨੇ ਗਲਵਕੜੀ ਵਿੱਚ ਲੈ ਲਿਆ, ਤੇ ਆਪਣੇ ਹੀਰਿਆਂ ਦਾ ਜਿਹੜਾ ਹਾਰ ਸੀ ਨਾ, ਤੇ ਜਿਹੜੀ ਪੁਸ਼ਾਕ ਮਹਿੰਗੀ ਪਾਈ ਸੀ, ਉਹ ਉਤਾਰ ਕੇ ਅੱਜ ਸੈਣ ਦੇ ਪਾ ਦਿੱਤੀ। ਤੇ ਪਾਉਣ ਤੋਂ ਬਾਅਦ ਹੀਰਿਆਂ ਦਾ ਜਿਹੜਾ ਹਾਰ ਸੀ ਉਹ ਵੀ ਪਾ ਦਿੱਤਾ। ਪਤਾ ਉਹਨੇ ਕੀ ਕਿਹਾ? ਕਹਿੰਦਾ ਸੈਣ, ਅੱਜ ਜਿਹੜੀ ਤੂੰ ਮਾਲਿਸ਼ ਕਰਕੇ ਗਿਆ ਨਾ, ਪਹਿਲਾਂ ਵੀ ਕਰਦਾ ਰਿਹਾ ਵੇਂ, ਪਰ ਜਿਹੜੀ ਤੂੰ ਅੱਜ ਮਾਲਿਸ਼ ਕੀਤੀ ਆ ਨਾ, ਅੱਜ ਮੇਰੇ ਸਰੀਰ ਵਿੱਚ ਕੋਈ ਦਰਦ ਹੀ ਨਹੀਂ ਰਿਹਾ। ਮੇਰੀਆਂ ਪੁਰਾਣੀਆਂ ਦਰਦਾਂ ਚਲੀ ਗਈਆਂ। ਪਹਿਲਾਂ ਦੀ ਮੁੱਠੀ ਚਾਪੀ ਔਰ ਹੁਣ ਵਿੱਚ ਬਹੁਤ ਫਰਕ ਸੀ। ਪਰ ਅੱਜ ਮੈਂ ਤੇਰੇ ਤੋਂ ਇਤਨਾ ਖੁਸ਼ ਹਾਂ ਕਿ ਮੇਰਾ ਚਿੱਤ ਕਰਦਾ ਹੈ ਕਿ ਮੈਂ ਸਭ ਕੁਝ ਤੈਨੂੰ ਦੇ ਦਾਂ, ਕਿਉਂਕਿ ਜਿਹੜਾ ਬੰਦਾ ਅਰੋਗ ਹੋ ਜਾਏ ਨਾ, ਅੱਜ ਸਭ ਤੋਂ ਵੱਡੀ ਸਾਡੇ ਕੋਲ ਦੌਲਤ ਹੈ ਨਾ। ਸ਼ੁਕਰ ਕਰਿਆ ਕਰੋ ਆਪਣੀ ਦੇਹ ਨੂੰ ਦੇਖ ਕੇ। ਕਦੀ ਨਾ ਕਿਹਾ ਕਰੋ ਰੱਬ ਨੇ ਮੈਨੂੰ ਕੁਛ ਨਹੀਂ ਦਿੱਤਾ। ਅਰੇ ਭਲਿਆ, ਜਦ ਤੂੰ ਆਪਣੇ ਸਰੀਰ ਵਾਲੀ ਵੇਖ, ਜਿਨ੍ਹਾਂ ਦੀਆਂ ਅੱਖਾਂ ਨਹੀਂ ਆ ਉਹਨਾਂ ਕੋਲੋਂ ਪੁੱਛ। ਮੈਨੂੰ ਯਾਦ ਹੈ, ਮੈਂ ਇੱਕ ਮਿੱਤਰ ਨੂੰ ਮਿਲਣ ਗਿਆ, ਕਾਲਕਾ ਜੀ ਮੇਰਾ ਮਿੱਤਰ ਰਹਿੰਦਾ ਹੈ, ਤੇ ਉਹਦਾ ਹੱਥ ਦੇ ਅੰਗੂਠੇ ਨੂੰ ਫ੍ਰੈਕਚਰ ਹੋਇਆ ਪਿਆ ਸੀ, ਤੇ ਹਸਪੀਟਲ ਰਿਹਾ, ਪੂਰੀ ਸਰਜਰੀ ਹੋਈ ਅੰਗੂਠੇ ਤੇ, 3-4 ਦਿਨ ਉਹਦੇ ਲੱਗੇ। ਘਰ ਆਇਆ, ਮੈਂ ਕਿਹਾ ਚਲੋ ਖੈਰ ਪਤਾ ਕਰ ਆਈਏ।
जद मैं पता करन गया, बड़ा गुरमत दा धारनी है बंदा, मारे कृपा करन उहदे ते मैनूं कहंदा वीर जी, मैं कहा जी शुक्र है, कहंदा वीर जी जिहड़ा अंगूठा हिल रहा ना मेरा, ਇਹਦੇ ਉੱਤੇ 2.5 ਲੱਖ रुपया लग गया। कहना मैं पैसे जिताने वास्ते नहीं कह रहा, ध्यान देना, कहना मैं पैसे जिताने वास्ते नहीं कह रहा वीर जी, मैनूं पता सी वो पैसे की पकड़ तो उच्चा है बंदा। कहना मैं दस रहा कि परमात्मा दी इन्नियां बख्शिशां ने, असीं कहने रब ने कोई दिता नहीं, करोड़ां अरबां पति तो सानूं पहलां ही बना के भेजिया। देखो एक लीवर खराब हो जाए ना, 30-30 40-40 लाख रुपया लग जाता है। कभी किडनी खराब हो जाए, हार्ट की गल हो जाए, जदों तुसी अपने शरीर वाल वेखो ना, जियो पाए पिंड जिन साजिया, दिता पैनन खान, अपने दास की आप पैज राखी, नानक सद कुर्बान। जदों तुसी अपने शरीर वाली वेखो ना, तद भी रब दा शुक्र कर लिया करो। कई ऐसे ने जिन्हां दी लत्त ही कोई नहीं है, कई ऐने ने जो अख तो वेख ही नहीं पा रहे, पर जदों तुसी अपनी एक अख वाल वेखो ना, तां भी शुक्र करो। एक मनुखा देही और उहदे अंदर कीमती अमोलक सवास। कई इस वेले तुसी संगत विच बैठे हो ना, कई इस वेले हस्पतालों दे विच, हॉस्पिटल दे अंदर तड़फ भी रहे ने। तुसी अपनी देह नूं कंचन जे प्रसाद आरोग कंचन देही, लिव लावो तिस राम स्नेही। जिन्हें अरोग कंचन देही दिती है, तुसी अपने शरीर नूं वेख के भी उहदी किरपा द्वारा तुसीं जुड़ सकते हो। कहंदे ने रब नूं जुड़न दा की तरीके ने, मैं कहना अपनी अखां वाल वेख के रब नाल असीं जुड़ सकने हैं। असीं अपने चंगे हथ मुड़ रहे ने ना, मनु वीर ने कहा एडा अंगूठा मुड़दा पिया ना, ये 2.5 लाख रुपया लग गया। रब ने तो कोई पैदा बिल नहीं दिता ऐलान दा। एक सिलेंडर ही लोड़ पैंदी सी ना करोना वायरस विच, 30-40 हज़ार के लोगों ने सिलेंडर खरीदे ने। बाबा जी उस परमात्मा का शुक्र करो, उहदी ऑक्सीजन कभी भी उन्हें किसी वाल बिल भेजा? दसो किसी ने क्या होवे कि मैं तुहानूं बचपन तो लैके हुण तक ऑक्सीजन दे रहा, तुहाडे घर इन्ना बिल आएगा? इतनी हवा सानू सब कुछ दे रहा है रब नूं, क्योंकि रब नूं जुड़न वास्ते असीं किन्ने तरीके लभ सकने हैं। ते उस वेले फिर राणे दूरों सद के गलों कवाई, खोल पहनाई, कहंदा वस कीता हो तुद राज, बोले राजा सुने लुकाई, प्रगट करे भगत वडियाई। कहंदे जद राजे ने उच्चे होके सारी लुकाई नूं सुनाया कि अज सैन ने वो मालिश कीती है, मेरा शरीर अरोग कर दिता है, हुण मैं पूर्ण देह रोगता विचां ते मैं रब दा शुक्र करना वा, ते उहदी वडियाई भगत दी संसार विच प्रगट हो गई। इत्थों तक प्रगट हो गई कि अज गुरु ग्रंथ साहिब विच भगत सैन जी का भी नाम है, क्योंकि रब फिर उहदे की है। हुण इत्थे की मतलब है, तुसीं गल सोची इत्थे जदों तुसीं रब वाले बन्ने, सानू साडे वीर जी कहंदे हुंदे सन, मैं कहंदा सी एक जदों बहुत छोटे असीं लगदे सी ना नाल, मैं वीर जी तुसीं कह रहे हो संगत ही बैठो 3-3 घंटे पिछे काम कौन करेगा? कहंदे ने वो तेरे काम आपे ही करेगा। वो सैन दी सानू कथा सुनांदे सन, कहंदे देखो सैन वास्ते रब ने किन्ना नीवा काम कर दिता। एक मालशी बन के, नाई बन के रब आप उहदा काम करके आ गया। तो कहंदे तुहाडे काम नहीं करेगा, अचिंत काम करे प्रभ तिनका, जिन हर का नाम प्यारा। जे तुसीं रब वाले बन्ने चलोगे ना, तुहाडे कीते हुए काम जिहड़े तुहाडे रुके ने, वो रब आपे करेगा। और सच जाणिओ, जिथे जिथे भी संगत गुरु साहब ने सेवा लईआं ने, लोकी 15-15 घंटे करके काम, घरां विच बरकतां नहीं हुंदियां, मारे दी बख्शिश दे सदके घट टाइम दे के ते मारे ने साडे सारे कारज भी सवारदे रहे ने। हाँ ठीक है, असीं गुरु नूं इतनी बंदगी नहीं कर पाए, लेकिन गुरु ने सानू कोई काम, गोपाल तेरा आरता जो जन तुमरी भगत करन ते तिनके काज सवारता। तुसीं एक बारी गुरु दे बन्ने लग जाओ, सच जाणिओ तुहाडा जे सैन दा एक नाई बन के रब काम कर सकदा है ते तुहाडे नहीं कर सकदा। तुसीं गुरु नानक दे सिख हो। तो गुरु साहब इत्थे यही कह रहे ने भाई, हुण दे काम नहीं, ये नहीं कि
कि हुणे ही तुहाडे काम करेगा। वो तो जुगां दे भी भगतां दे काम करदा आया है। हर जुग जुग भगत उपाया, पैज रखदा आया राम राजे। तो गुरु महाराज ने सानू ये भगतां दे नाल उन्हां दे जीवन तो बलिहार जाण दा इक्को रस्ता है। उन्हां दा इतिहास पढ़ के, उन्हां दी बाणी सुन के, उन्हां दी बाणी नूं समझ के जे जीवन विच भरोसे दी गंढ लैके आईए तो मैं सच कहना वा कि जिस तरह भगतां दे कारज आप सवरे ने, संतां के कारज आप खलोया, हर काम करावण आया राम। मैं अक्सर बेनती करना वा कि जदों देखो हुण यह गल करके मैं समाप्ति करना, जदों भी घर तुहाडे धी बच्चे की शादी होए, तुसी की करदे हो? तुसी एक कार्ड सब तो पहला किनू दिंदे हो? गुरु साहब नूं दिंदे हो ना। कोई हरकृष्ण पातशाह के दर ते दिंदा है, कोई गुरु तेग बहादुर से, कोई गुरु रामदास जी ते, जिथे भी मेरे कहण तो मुराद उहदा की भाव है कि गुरु साहब मैं बच्चे की शादी करन लगा वां ते सब तो पहला मैं इनवाइट तुहानूं कर रहा। ते जे सानूं भरोसा होवे कि मेरे बच्चे की शादी है तो मैं कार्ड दे के आया तो गुरु आएगा नहीं? मैनूं दसो। असी इधर उधर के बंदियां नूं देने आ ना कार्ड, किसी ने कहा इनू भी दे दो, असी दे देने आ। जे वो आते हैं तो रब नूं असी एक मिठाई का डब्बा या जो भी असी शरदा नाल भावें एक फुल रख के भी असी डब्बा गुरु के द्वारे, गुरु तेग बहादुर के दर ते, हरकृष्ण पातशाह दर ते जाके देने आ तो गुरु आएगा नहीं? आएगा। और फर्क की है, ਜਿਹੜਾ दुनियावी बंदा है ਉਹਦੇ घर भी धी ਦੀ बच्ची की शादी है, वह भी अरदास कर रहा है, करता ही है। खंड पाठ साहब करवाता है, संगत बुलाता है कि मेरे कारज निर्विघ्नता सहज संपूर्ण हो। करीदा अरदास, सब करते हैं। साड़ी एक सिख रहत मर्यादा विच भी है, कोई कारज करना होवे गुरु साहब नूं घर बुला के, संगतां नूं बुला के अरदास कराओ। वो उडीके कारज जिहड़े ने गुरु साहब आप संपूर्ण करांदे ने। हुण एक आम बंदा भी अरदास कर रहा है, एक तुहाडे वर्गे संगती रूप विच गुरमुख प्यारे भी अरदास कर रहे हैं। फर्क पता की जे, गुरु ने कारज दोनों दे सवारने ने। हुण तुहाडे और जिहड़े दुनियावी बंदियां च की फर्क है, ये गल मैं तुहानूं कह के समाप्ति करां। जिहड़ा ते काम जिन्हें कदी भी याद नहीं किया रब नूं, पर उन्हें बच्ची की शादी हुई क्योंकि हम मात पिता, तुम मात पिता हम बारक तेरे, असी तेरे बच्चे हाँ तो वह मालक है, साडा प्यो वे, तो उन्हें साडे कारज करने ने। ठीक है। उन्हें जब अरदास की, एक नास्तिक बंदे ने अरदास की, रब ने कहा जाओ किसी की ड्यूटी लाती, बई तेरा कारज हो जाएगा। हुण तुहाडे वर्गे गुरमुख नाम जपण वाले, जिहड़े निता प्रति संगत करन वाले, नितनेम करन वाले, कई पुछदे ना सानू की हट के मिलदा है, ते साध संगत उस वेले वेखते ने मेरे भगत दे घर मेरी बच्ची की शादी है, मेरे भगत दे घर, मेरे गुरमुख दे घर किसी बच्चे की शादी है, ने अरदास की है। रब की करता है पता है? रब उस वेले किसी की ड्यूटी नहीं लगाता। वो कहता मैं एवं किसी को कहांगा तो वह बाई चांस भुल जाए तो मेरे भगत के कारज ना रुक जान, उस करके वह की करता है, और रब उत्थे आप खलो जाता है। संतां के कारज आप खलोया, हर काम करावण आया राम। उत्थे की करता, फिर किसी दे विश्वास नहीं करता। रब ना आप पौड़ी करन आ जाता है। ये पक्की गल जे। मैं अपनी गल कह के समाप्ति करा। मेरे बच्चे की शादी सी ते सारी तैयारी सी। जिस दिन बरात सी, मैं गुरु तेग बहादुर साहब के दर ते सवेरे गया। ज्यों ही मैं देख कराई, देख करा के गुरु साहब के सामने सन्मुख होया, मैं अरदास की ते सच्चे पिता तुहाडे बच्चे की शादी है। ते मेरा ना मन जिस तरह डोल रहा है, तो मेरे एकदम मन में ऐसा आया, मैं क्या बच्ची शादी किस तरह होएगी महाराज? मेरा तो कुछ मन घबरा रहा है, सारी रिश्तेदारियां, क्योंकि सब तो वड्डी कारज पता की हुंदा है, इन्ने कुड़मां दे नाल नहीं हुंदा जिन्ने घर दे जवाई, फुੱफड़, जीजे, ये अक्सर होंदा है। वो एवं अपने कई बारी हर घर च होंदियां ने गल्लां। मैं गुरु साहब, मैं लग रहा मैं कल्ला महसूस कर रहा। मैं सत्संग मैं बिल्कुल सही गल कर रहा। उस वेले मैं गुरु तेग बहादुर साहब ने गल कही, वो बच्चा तू मनु पहला कार्ड दिता है ना, तो तू कादी फिक्र कर रहा है?
ਜਦੋਂ ਤੇਰਾ ਕਾਰਜ ਹੋਣਾ ਨਾ, ਮਿਲਣੀ ਸ਼ੁਰੂ ਹੋਣੀ ਹੈ, ਉਦੋਂ ਤੂੰ ਵੇਖ ਲਈ ਮੈਂ ਤੇਰੇ ਨਾਲ ਹੀ ਖੜਾ ਹੋਵਾਂਗਾ। ਔਰ ਸੱਚ ਜਾਣਿਓ, ਗੁਰੂ ਨੇ ਇਸ ਤਰ੍ਹਾਂ ਕਾਰਜ ਕੀਤੇ ਨੇ ਜਿਹਨੂੰ ਮੈਂ ਦੱਸ ਨਹੀਂ ਸਕਦਾ, ਜਿਹਦੇ ਮੈਂ ਕਾਬਲ ਨਹੀਂ ਸੀ। ਇਹ ਕੀ ਹੈ? ਜਦੋਂ ਤੁਸੀਂ ਗੁਰੂ ਦੀ ਸੇਵਾ ਕਰੋਗੇ, ਗੁਰੂ ਤੇ ਆਸਥਾ ਰੱਖੋਗੇ, ਗੁਰੂ ਤੇ ਵਿਸ਼ਵਾਸ ਕਰੋਗੇ, ਸੰਤਾਂ ਕੇ ਕਾਰਜ ਆਪ ਖਲੋਇਆ ਉਹ ਆਪ ਖਲੋ ਜਾਏਗਾ। ਜੇ ਸੈਣ ਭਗਤ ਦੇ ਉਸ ਨਾਈ ਦਾ ਨੀਵਾਂ ਬਣ ਕੇ ਇਤਨਾ ਰੱਬ ਤੁਹਾਡੇ ਉਹਦੇ ਕਾਰਜ ਕਰ ਗਿਆ ਹੈ, ਤੇ ਤੁਸੀਂ ਰੋਜ਼ ਨਿਤਨੇਮੀ ਬੰਦਾ ਅਰਦਾਸ ਕਰੇਗਾ, ਉਹਦੇ ਕਾਰਜ ਨਹੀਂ। ਹਾਂ, ਇੱਕ ਗੱਲ ਹੈ, ਇਹ ਗੱਲ ਕਹਿ ਕੇ ਨਹੀਂ ਕਰਨੀ ਕਿ ਚਲੋ ਅਰਦਾਸ ਕਰ ਲੈਂਦੇ ਆ, ਗੁਰੂ ਕਰੇਗਾ ਕਿ ਨਹੀਂ। ਗੁਰੂ ਕਰੇਗਾ। ਕਿਸੇ ਬੱਚੀ ਦੀ ਸ਼ਾਦੀ ਹੈ, ਉਹਦੇ ਮਾਤਾ ਪਿਤਾ ਕਦੀ ਹੌਸਲਾ ਨਾ ਢਾਣ ਜਿਹੜੇ ਸਵੇਰੇ ਉੱਠ ਕੇ ਨੇਮ ਕਰਦੇ ਨੇ। ਮੈਂ ਸੱਚ ਜਾਣਿਆ, ਜਦੋਂ ਕਾਰਡ ਦੇਣ ਜਾਓਗੇ ਨਾ, ਗੁਰੂ ਤੁਹਾਨੂੰ ਕਹੇਗਾ ਤੁਹਾਨੂੰ ਕਿਸੇ ਗੱਲ ਦੀ। ਕਬੀਰ ਸਾਹਿਬ ਦੀ ਲੜਕੀ ਦੀ ਸ਼ਾਦੀ ਸੀ ਨਾ, ਕਮਾਲੀ ਦੀ, ਤੋ ਘਰੋਂ ਹੀ ਭੱਜ ਗਏ, ਕਹਿੰਦੇ ਹੈ ਹੀ ਕੁਛ ਨਹੀਂ। ਤੇ ਕਬੀਰ ਸਾਹਿਬ ਕਬੀਰ ਦਾ ਰੂਪ ਧਾਰ ਕੇ ਉਸ ਬੱਚੀ ਦੇ ਸਾਰੇ ਕਾਰਜ ਕਰ ਗਏ। ਉਹ ਸਾਰੇ ਮੂੰਹ ਚੁੰਗਲਾਂ ਪਾ ਰਹੇ ਨੇ। ਆ ਕਬੀਰ ਸਾਹਿਬ ਆਣਗੇ, ਅਸੀਂ ਪੁੱਛਾਂਗੇ ਬਈ ਇੰਨਾ ਵਧੀਆ ਕਾਰਜ ਤੂੰ ਕਿੱਥੋਂ ਕਰ ਲਿਆ। ਤੇ ਕਬੀਰ ਡਰਦਾ ਡਰਦਾ 4-5 ਦਿਨ ਬਾਅਦ ਪੁੱਛ ਕੇ ਲਿਆਂਦਾ ਮਾਂ ਨੇ, ਕਿੱਥੇ ਗਿਆ। ਜਾ ਕੇ ਆਇਆ ਤੇ ਉਹ ਕਹਿੰਦਾ ਜੀ ਕਬੀਰ ਸਾਹਿਬ ਤੁਸੀਂ ਤੇ ਉਹ ਕੰਮ ਕਰ ਦਿੱਤੇ ਨੇ ਜਿਹੜੇ ਅੱਜ ਤੱਕ ਹੋਏ ਨਹੀਂ। ਤੇ ਕਬੀਰ ਸਾਹਿਬ ਕਹਿੰਦਾ ਮੈਂ ਨਹੀਂ ਕੀਤੇ, ਮੇਰੀ ਜਗ੍ਹਾ ਆ ਕੇ ਉਹ ਪ੍ਰਮਾਤਮਾ ਕਰ ਗਿਆ। ਤੇ ਇਸ ਕਰਕੇ ਭਗਤਾਂ ਦੀ ਸਦਾ ਭਗਤ ਜਨਾ ਕੀ ਹਰ ਜੀਉ ਰਾਖੇ, ਜੁਗ ਜੁਗ ਰੱਖਦਾ ਆਇਆ ਰਾਮ। ਉਹ ਤੇ ਜੁਗਾਂ ਜੁਗਾਂ ਤੋਂ ਰੱਖਦਾ ਆਂਦਾ ਪਿਆ ਹੈ। ਸੋ ਭਗਤ ਜੋ ਗੁਰਮੁਖ ਹੋਵੇ, ਹੋਮੇ ਸ਼ਬਦ ਚਲਾਇਆ ਰਾਮ। ਜਿਹੜਾ ਉਹ ਭਗਤ, ਭਗਤ ਵੀ ਕਿਹੜਾ, ਮੈਂ ਪਹਿਲਾਂ ਸ਼ੁਰੂ ਤੋਂ ਆਰੰਭਤਾ ਤੋਂ ਕੀਤਾ, ਜਿਹੜਾ ਗੁਰਮੁਖ ਭਗਤ ਹੈ, ਜਿਹਦੇ ਅੰਦਰ ਜਿਹਦਾ ਮੁਖ ਗੁਰੂ ਵਾਲੇ, ਉਹ ਗੁਰੂ ਦੀ ਆੜ ਲੈ ਕੇ ਕਾਰਜ ਸਿੱਧ ਆਪਣਾ ਕਰਵਾਉਂਦਾ ਹੈ। ਕਦੇ ਵੀ ਦੁੱਖ ਆਵੇ ਸੁੱਖ ਆਵੇ, ਬਜਾਏ ਆਪਣਾ ਕਿਸੇ ਹੋਰ ਨਾਲ ਵੰਡਣ ਤੇ, ਜਿਸ ਗੁਰੂ ਤੇ ਤੈਨੂੰ ਆਸਥਾ ਹੈ, ਗੁਰੂ ਗ੍ਰੰਥ ਸਾਹਿਬ ਤੇ, ਤੂੰ ਉਹਦੇ ਅੱਗੇ ਮੱਥਾ ਟੇਕ ਕੇ ਆਪਣੇ ਕਾਰਜ ਸਵਾਰਨ ਦੀ ਅਰਜ਼ੀ ਕਰ। ਅਸੀਂ ਕਿਉਂ ਕਰਵਾਉਂਦੇ ਹਾਂ? ਉਡੀਕੇ ਸਾਰੇ ਕਾਰਜ ਹੁੰਦੇ ਨੇ। ਅਸੀਂ ਟੈਂਟ ਵਾਲਿਆਂ ਨੂੰ, ਜਿਹੜੇ ਬੈਂਕਟ ਹਾਲ ਨੇ ਉਹ ਬੁੱਕ ਕੀਤੇ ਨੇ, ਕਾਰਡ ਵੀ ਛਪੇ ਨੇ, ਸਭ ਕੁਝ ਹੋਇਆ ਪਿਆ, ਫਿਰ ਕਿਉਂ ਸੰਗਤ ਬੁਲਾ ਕੇ ਅਰਦਾਸ ਕਰਾਉਂਦੇ ਆ ਕਿ ਮਹਾਰਾਜ ਸਾਰੇ ਕਾਰਜ ਤੇ ਹੋ ਜਾਣਗੇ ਪੈਸੇ ਨਾਲ, ਪਰ ਜੇ ਤੁਹਾਡੀ ਕਿਰਪਾ ਨਾ ਹੋਈ ਨਾ, ਤੇ ਇਹ ਕਾਰਜ ਕਈ ਵਾਰੀ ਬਰਾਤ ਨਾ ਬੂਹੇ ਤੋਂ ਆ ਕੇ ਵੀ ਵਾਪਸ ਚਲੀ ਜਾਂਦੀ ਜੇ। ਮਾਰੇ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਅੱਖਰ ਹੈ ਨਾ, ਭਾਵੇਂ ਛੋਟਾ ਹੈ, ਭਾਰੂ ਬੜਾ ਜੇ ਉਹਦੀ ਕਿਰਪਾ ਨਾ ਹੋਈ ਤੇ ਫਿਰ ਕੁਛ ਵੀ ਹੋ ਸਕਦਾ। ਤੁਸੀਂ ਕਈ ਚੀਜ਼ਾਂ ਦੇਖੋ, ਕਈਆਂ ਦੀਆਂ ਬਰਾਤਾਂ ਦੇ ਵਿੱਚ ਵੀ ਹੋ ਜਾਂਦਾ, ਜਾਂ ਬਰਾਤ ਤੋਂ ਬਾਅਦ ਵੀ ਐਸੇ ਹੋ ਜਾਂਦੇ ਨੇ ਕਾਰਜ, ਘਰਾਂ 'ਚ ਲੜਕੀਆਂ ਵਾਪਸ ਆ ਜਾਂਦੀਆਂ ਨੇ। ਤੇ ਗੁਰੂ ਦੀ ਓਟ ਆਸਰਾ ਲੈ ਕੇ ਜਦੋਂ ਭਗਤ ਜਨ ਉਹਦੀਆਂ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ, ਗੁਰੂ ਆਪ ਬੋੜੀ ਕਰਕੇ ਉਹਦੇ ਸਾਰੇ ਕਾਰਜ ਸਵਾਰ ਦਿੰਦਾ ਹੈ। ਤਾਂ ਗੁਰੂ ਮਹਾਰਾਜ ਕਿਰਪਾ ਕਰਨ। ਅੱਜ ਅਸੀਂ ਭਗਤਾਂ ਦੇ ਜੀਵਨ ਦੇ ਵਿੱਚੋਂ ਕੋਈ ਪੰਛੀ ਝਾਤ ਮਾਰ ਕੇ ਅਸੀਂ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਨਾ ਹੈ। ਅਸੀਂ ਵੀ ਉਸ ਸ਼੍ਰੇਣੀ ਵਿੱਚ ਆਉਣ ਦਾ ਜ਼ਿਕਰ ਕਰਨਾ ਹੈ। ਤਾਂ ਹੀ ਇਹ ਸਤ ਸੰਗਤ, ਇਹ ਤਾਂ ਹੀ ਸਭ ਕੁਝ ਹੁੰਦਾ ਹੈ ਕਿ ਅਸੀਂ ਵੀ ਗੁਰੂ ਤੇ ਆਸਥਾ ਬਣੇ, ਗੁਰੂ ਤੇ ਭਰੋਸਾ ਬਣੇ। ਜੇ ਭਗਤਾਂ ਦੇ ਕਾਰਜ ਸਵਾਰਦਾ ਹੈ ਤੇ ਤੁਹਾਡੇ ਵੀ ਕਾਰਜ ਸਵਾਰੇਗਾ, ਔਰ ਜ਼ਰੂਰ ਸਵਾਰੇਗਾ। ਪਰ ਜੇ ਅਸੀਂ ਨੇਮੀ ਬਣ ਜਾਈਏ, ਆਪਣਾ ਕੰਮ ਕਰੇ ਜਾਈਏ, ਕਿਰਪਾ ਕਰਨਾ ਨਾ ਕਰਨਾ ਉਹਦਾ ਕੰਮ ਹੈ। ਸਾਡਾ ਕੰਮ ਹੈ ਗੁਰੂ ਦੇ ਅੱਗੇ ਰੋਜ਼ ਅਰਦਾਸ ਬੇਨਤੀ ਕਰਨੀ। ਇੱਕ ਦਿਨ ਤੇ ਹਰ ਇੱਕ ਦੀ ਸੁਣੀ ਜਾਣੀ ਹੈ। ਤੇ ਸਿੱਖਾ, ਜੇ ਤੂੰ ਗੁਰੂ ਨਾਨਕ ਦਾ ਸਿੱਖ ਹੋ ਕੇ ਉਹਦੇ ਅੱਗੇ ਅਰਦਾਸ ਕਰੇਗਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਸ ਜਨ ਦੀ ਕਦੇ ਵੀ ਅਰਦਾਸ ਬਿਰਥੀ ਨਹੀਂ ਜਾਂਦੀ। ਕਿਉਂ? ਕਿਉਂਕਿ ਜੇ ਮੇਰਾ ਪੂਰਾ ਗੁਰੂ ਸਮਰੱਥ ਹੈ, ਉਹਦੇ ਕੋਲ ਸਾਰੀਆਂ ਬਖਸ਼ਿਸ਼ਾਂ ਨੇ। ਰੋਜ਼ ਪੜੀਦਾ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇਂ। ਜਿਹਨੂੰ ਉਹ ਦਿੰਦਾ ਹੈ ਉਹਨੂੰ ਫਿਰ ਮਹਾਰਾਜ ਕਹਿੰਦੇ ਨੇ ਉਹਦੇ ਕਾਰਜ ਆਪ ਆ ਕੇ ਸਵਾਰ ਵੀ ਜਾਂਦਾ ਹੈ। ਕਿਉਂਕਿ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ। ਉਹ ਸਾਰੀਆਂ ਗੱਲਾਂ ਵਿੱਚ ਸਮਰੱਥ ਹੈ। ਕੋਈ ਦੁਨੀਆ ਦੀ ਸ਼ੈ, ਕੋਈ ਐਸੀ ਬਖਸ਼ਿਸ਼ ਨਹੀਂ ਹੈ ਜਿਹੜੀ ਉਹਦੀ ਨਜ਼ਰ ਤੋਂ ਪਰੇ ਹੈ। ਤੇ ਇਸ ਕਰਕੇ ਉਹਦੀ ਨਜ਼ਰ ਦੇ ਪਾਤਰ ਬਣੀਏ, ਉਹਦੀ ਨਜ਼ਰ ਦੇ ਹੇਠ ਆਈਏ, ਤੇ ਫਿਰ ਸਾਰੇ ਸੁੱਖ, ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ, ਕੋਹ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਕੋਈ ਸ਼ਰਨ ਵਿੱਚ ਆ ਜਾਏ, ਪ੍ਰਭ ਕੀ ਸ਼ਰਨ
सगल पे लाथे दुख बिन से सुख पाया। दयाल हुआ मेरा पार ब्रह्म स्वामी पूरा सतगुर ते आया। इस करके पूरे दी शरण विच आ जाइए तो सानू फिर की होएगा, लोग सुखीए पर लोग सुहेले, नानक हर प्रभ आपे मेले। इतनी कुछ सेवा प्रवान कर लैनी। बेअंत भुल्लां गलतियां विचार करदे